ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਪ੍ਰਤਾਪੂ ਸਿੱਖ ਚੱਲ ਆਇਓ, ਸਤਿਗੁਰ ਆਗੇ ਸੀਸ ਨਿਵਾਇਓ। ਇੱਕ ਪ੍ਰਤਾਪੂ ਸਿੱਖ ਚੱਲ ਆਇਓ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਲੜੀਵਾਰ ਕਥਾ ਆਪਾਂ ਸਾਰੇ ਹੀ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹਾਂ। ਆਪ ਬੰਦ ਹੀ ਕਰ ਦਿਓ। ਕੱਲ ਆਪ ਜੀ ਨੇ ਸਰਵਣ ਕੀਤਾ ਰੂਪ ਚੰਦ ਤੇ ਭਾਈ ਭੀਵਾ ਜੀ ਸਰਹੰਦ ਵਿੱਚ ਰਹਿੰਦੇ ਹਨ। ਗੁਰੂ ਸਾਹਿਬ ਜੀ ਦੇ ਪੁਰਬਾਂ ਦੇ ਉੱਤੇ ਘਰ ਵਿੱਚ ਲੰਗਰ ਤਿਆਰ ਕਰਦੇ ਹਨ, ਗੁਰਸਿੱਖਾਂ ਨੂੰ ਛਕਾਉਂਦੇ ਹਨ। ਬਹੁਤ ਵੱਡਾ ਉਹਨਾਂ ਦਾ ਇਹ ਗੁਣ ਹੈ। ਸੰਗਤ ਦੀ ਚੇਤੇ ਰੱਖਿਓ, ਗੁਰੂ ਜੀ ਦੇ ਗੁਰਪੁਰਬ ਆਪਣੇ ਘਰ ਵਿੱਚ ਮਨਾਉਣ ਵਾਲਾ ਕੋਈ ਵਿਰਲਾ ਹੀ ਪ੍ਰੇਮੀ ਹੁੰਦਾ ਹੈ ਜੀ। ਤੁਸੀਂ ਆਪ ਆਪਣੀ ਜ਼ਿੰਦਗੀ 'ਚ ਵੇਖ ਲਓ, ਕਿੰਨੀ ਕੁ ਵਾਰੀ ਅਸੀਂ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦਾ ਯਤਨ ਕੀਤਾ ਜੀ। ਸੁੱਖ ਦੁੱਖ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਆ ਕੇ ਤੇ ਬਾਣੀ ਪੜ੍ਹਾਉਂਦੇ ਆ। ਗੁਰਪੁਰਬ ਤੇ ਕੋਈ ਵਿਰਲਾ ਹੀ ਸਿੱਖ ਜਿਹੜਾ ਇਹ ਉਦਮ ਕਰਦਾ ਹੋਏਗਾ ਜੀ। ਫਿਰ ਮੈਂ ਮਹਾਂਪੁਰਖਾਂ ਦਾ ਬਚਨ ਸੁਣ ਰਿਹਾ ਸਾਂ। ਉਹ ਕਹਿੰਦੇ ਭਾਈ ਅੱਧੀ ਕੜਛੀ ਦੇਸੀ ਘਿਓ ਦੀ ਲੈ ਕੇ ਰਸਦ ਵਿੱਚ ਪਾ ਕੇ ਗੁਰਪੁਰਬ ਵਾਲੇ ਦਿਨ ਕੜਾਹ ਪ੍ਰਸ਼ਾਦ ਕਰਿਆ ਕਰੋ। ਇੰਨਾ ਹੀ ਕਰ ਲਿਆ ਕਰੋ, ਤੁਹਾਡਾ ਭਲਾ ਹੋ ਜਾਏਗਾ। ਕਹਿਣ ਲੱਗੇ ਇੰਨਾ ਹੀ ਕਰ ਲਿਆ ਕਰੋ। ਰੂਪ ਚੰਦ ਤੇ ਭੀਵਾ ਸਕੇ ਭਰਾ ਨੇ ਜੀ। ਗੁਰਪੁਰਬ ਤੇ ਲੰਗਰ ਲਾਉਂਦੇ ਨੇ ਜੀ, ਗੁਰੂ ਜੀ ਦੀ ਖੁਸ਼ੀ ਲੈਂਦੇ ਆ ਜੀ। ਤੁਸੀਂ ਸੁਣਿਆ ਕਿਵੇਂ ਇੱਕ ਮੁਗਲ ਉਹਨਾਂ ਨੂੰ ਕੁਝ ਮੋਹਰਾਂ ਦੇ ਗਿਆ, ਆਪ ਉਹ ਦਿੱਲੀ ਚਲੇ ਗਿਆ। ਮੋਹਰਾਂ ਵਹੀ ਖਾਤੇ ਵਿੱਚ ਚੜ੍ਹਾਉਣ ਦਾ ਚੇਤਾ ਭੁੱਲ ਗਿਆ। ਮੁਗਲ 5 ਮਹੀਨਿਆਂ ਬਾਅਦ ਆ ਕੇ ਮੋਹਰਾਂ ਮੰਗਦਾ। ਗੁਰਸਿੱਖਾਂ ਨੂੰ ਨਹੀਂ ਪਤਾ ਹੁੰਦਾ ਜੀ। ਗੱਲ ਬਾਦਸ਼ਾਹ ਤੱਕ ਪਹੁੰਚਦੀ ਹੈ, ਵਾਹਿਗੁਰੂ ਨਵਾਬ ਤੱਕ ਪਹੁੰਚਦੀ ਹੈ। ਨਵਾਬ ਨੇ ਕਿਹਾ ਵੀ ਤਪਦੇ ਤੇਲ ਦੇ ਕੜਾਹੇ ਦੇ ਵਿੱਚ ਹੱਥ ਪਾ ਦਿਓ, ਜਿਹੜਾ ਸੱਚਾ ਹੋਏਗਾ ਉਹ ਬਚ ਜਾਏਗਾ। ਗੁਰਸਿੱਖਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ। ਭਾਈ ਸਾਹਿਬ ਨੇ ਆਪਣੀ ਬਾਂਹ ਜਿਹੜੀ ਉਹ ਵਿੱਚ ਪਾ ਦਿੱਤੀ।
ਤਪਦੇ ਤੇਲ ਦੇ ਕੜਾਹੇ ਵਿੱਚ ਬਾਂਹ ਪਾਤੀ, ਪਰ ਉਹ ਬਚ ਗਏ ਜੀ। ਫਿਰ ਤੁਸੀਂ ਸੁਣਿਆ ਮੁਗਲ ਜਿਹੜਾ ਉਹਦੀ ਬਾਂਹ ਸੜ ਗਈ ਜੀ। ਉਹ ਸੱਚਾ ਸੀਗਾ। ਸਿੱਖ ਜਾ ਕੇ ਘਰ ਵਿੱਚ ਸੋਚਦੇ ਆ ਵੀ ਮੁਗਲ ਸੱਚਾ ਹੋਏਗਾ ਤਾਈਓ ਉਹਨੇ ਬਾਂਹ ਪਾਈ। ਆਪਣੀ ਦੁਕਾਨ ਫੋਲੀ, ਮੋਹਰਾਂ ਨਿਕਲ ਗਈਆਂ। ਮੋਹਰਾਂ ਸਿੱਖ ਉਸ ਮੁਗਲ ਦੇ ਘਰ ਛੱਡ ਕੇ ਆਏ। ਮੁਗਲ ਕਹਿਣ ਲੱਗਾ ਮੋਹਰਾਂ ਬਾਅਦ ਦੀ ਗੱਲ ਹੈ, ਪਹਿਲਾਂ ਦੱਸੋ ਤੁਹਾਡਾ ਗੁਰੂ ਕੌਣ ਹੈ। ਕਹਿਣ ਲੱਗਾ ਜਿਹਨੇ ਤੁਹਾਨੂੰ ਬਚਾਇਆ। ਉਹ ਗੁਰੂ ਕੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮੁਗਲ ਨੂੰ ਲੈ ਕੇ ਆਏ। ਮੁਗਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ ਤੁਸੀਂ ਇਹ ਕਿਉਂ ਕੀਤਾ। ਮਹਾਰਾਜ ਕਹਿੰਦੇ ਭਾਈ ਰੂਪ ਚੰਦ ਤੇ ਭੀਵਾ ਸਾਡੇ ਆਪਣੇ ਨੇ। ਕਹਿਣ ਲੱਗੇ ਠੀਕ ਹੈ, ਇਹਨਾਂ ਕੋਲ ਅਣਜਾਣ ਪੁਲੇ ਚ ਭੁੱਲ ਹੋ ਗਈ ਹੈ, ਅਸੀਂ ਇਹਨਾਂ ਨੂੰ ਸਜ਼ਾ ਥੋੜੀ ਦੇਣ ਦੇਣੀ ਸੀ। ਮਹਾਰਾਜ ਕਹਿਣ ਲੱਗੇ ਕੱਲ ਵੀ ਬੇਨਤੀ ਕੀਤੀ ਸੀ, ਆਪਣੇ ਪੰਨ ਦੇ ਵਿੱਚ ਬੜੀ ਬਰਕਤ ਹੈਗੀ ਹੈ ਜੀ। ਗੁਰੂ ਕਿਰਪਾ ਕਰੇ ਸਾਨੂੰ ਆਪਣਾ ਬਣਾ ਲੈਣ ਸੱਚੇ ਪਾਤਸ਼ਾਹ। ਹੁਣ ਆਪਾਂ ਅੱਗੋਂ ਸੰਗਤ ਦੀ ਕਥਾ ਸਰਵਣ ਕਰਨੀ ਹੈ। ਉਹ ਮੁਗਲ ਵੀ ਗੁਰੂ ਜੀ ਦੇ ਚਰਨਾਂ ਵਿੱਚ ਆ ਗਿਆ, ਕਹਿੰਦਾ ਮਹਾਰਾਜ ਮੈਨੂੰ ਵੀ ਆਪਣਾ ਹੀ ਬਣਾ ਲਓ। ਫਿਰ ਗੁਰੂ ਸਾਹਿਬ ਨੇ ਉਹਦੇ ਤੇ ਮਿਹਰ ਕਰ ਦਿੱਤੀ, ਕਿਰਪਾ ਕਰ ਦਿੱਤੀ। ਹੁਣ ਅੱਗੋਂ ਕਥਾ ਸਰਵਣ ਕਰੀਏ। ਸਭ ਸੰਗਤ ਗੱਜ ਕੇ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਪ੍ਰਤਾਪੂ ਸਿੱਖ ਚੱਲ ਆਇਓ। ਇੱਕ ਭਾਈ ਪ੍ਰਤਾਪੂ ਨਾਮ ਦਾ ਸਿੱਖ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ ਜੀ, ਅੰਮ੍ਰਿਤਸਰ। ਹਾਂਜੀ। ਸਤਿਗੁਰ ਆਗੇ ਸੀਸ ਨਿਵਾਇਓ। ਭਾਈ ਪ੍ਰਤਾਪੂ ਜੀ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਸਿਰ ਨਿਵਾਇਆ। ਹਾਥ ਜੋੜ ਅਰਜੀ ਇਮ ਕਹੀ। ਫਿਰ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਸੱਚੇ ਪਾਤਸ਼ਾਹ ਮੇਰਾ ਸ਼ਸਤਰ ਚਲਾਉਣ ਦਾ ਸੁਭਾਅ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸੰਗਤ ਜੀ, ਇਹ ਆਪੋ ਆਪਣੇ ਸੁਭਾਅ ਨੇ, ਵਾਹਿਗੁਰੂ ਨੇ ਜਿਸ ਤਰ੍ਹਾਂ ਦੇ ਜਿਹਨੂੰ ਦਿੱਤੇ ਹੈ। ਹਾਂਜੀ। ਜਿਸ ਵਿਦ ਹੋਇਆ ਪ੍ਰਾਪਤ ਕਲਿਆਣਾ। ਮਹਾਰਾਜ ਸਾਡਾ ਤੇ ਕਾਰ ਵਿਹਾਰੀ ਸ਼ਸਤਰ ਚਲਾਉਣਾ, ਮਾਰ ਕਟਾਈ ਕਰਨੀ ਮੇਰੀ ਡਿਊਟੀ ਇਹ ਲੱਗੀ ਹੈ। ਮਹਾਰਾਜ ਮੇਰਾ ਕਿਵੇਂ ਭਲਾ ਹੋਏਗਾ, ਮੇਰਾ ਕਿਵੇਂ ਕਲਿਆਣ ਹੋਏਗਾ। ਹਾਂਜੀ। ਆਪ ਕਰੋ ਉਪਦੇਸ਼ ਮਹਾਨਾ। ਸੱਚੇ ਪਾਤਸ਼ਾਹ ਮਿਹਰ ਕਰੋ, ਕਿਰਪਾ ਕਰੋ, ਉਪਦੇਸ਼ ਦਿਓ ਮੇਰਾ ਭਲਾ ਕਿਵੇਂ ਹੋਵੇ ਮਹਾਰਾਜ। ਹਾਂਜੀ। ਸ਼੍ਰੀ ਮੁਖ ਤੇ ਤਬ ਤਿਸ ਕੋ ਭਾਖਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਭਾਈ ਪ੍ਰਤਾਪੂ ਜੀ ਨੂੰ ਕਹਿਣ ਲੱਗੇ ਆਏ ਕਾਲ ਜਬ ਕੋਏ ਨਾ ਰਾਖਾ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ, ਪਹਿਲੀ ਗੱਲ ਚੇਤਾ ਰੱਖੀ, ਜਦੋਂ ਮੌਤ ਆਵੇ ਬੰਦੇ ਨੂੰ ਕੋਈ ਵੀ ਨਹੀਂ ਬਚਾ ਸਕਦਾ। ਕਹਿਣ ਲੱਗੇ ਸਮਾਂ ਆ ਜੇ ਨਾ ਜੀ, ਮੌਤ ਰੂਪੀ ਸਮਾਂ ਆ ਜਾਵੇ, ਫਿਰ ਨਹੀਂ ਕੋਈ ਬਚਾ ਸਕਦਾ। ਹਾਂਜੀ। ਜੇ ਕਰ ਕਾਲ ਨਹੀਂ ਇਸ ਆਵਾ। ਜੇ ਕਾਲ ਨਹੀਂ ਆਇਆ, ਜੇ ਮੌਤ ਦਾ ਸਮਾਂ ਨਹੀਂ ਆਇਆ, ਹਾਂਜੀ, ਤੋ ਰਾਖੋ ਨਿਤ ਕਾਲ ਰਹਾਵਾ। ਗੱਜ ਕੇ ਆਖੋ ਵਾਹਿਗੁਰੂ। ਤੇ ਚੇਤਾ ਰੱਖੀ, ਮਹਾਰਾਜ ਕਹਿੰਦੇ ਕਾਲ ਹੀ ਬੰਦੇ ਦੀ ਰਾਖੀ ਕਰਦਾ ਈ। ਅਜੇ ਮੌਤ ਦਾ ਸਮਾਂ ਨਹੀਂ ਆਇਆ, ਸਮਾਂ ਹੀ ਬੰਦੇ ਨੂੰ ਬਚਾਉਂਦਾ, ਮਰਨ ਨਹੀਂ ਦਿੰਦਾ ਜੀ। ਸਮੇਂ ਦੀ ਗੱਲ ਹੈਗੀ ਆ ਸਾਰੀ। ਹਾਂਜੀ। ਜਾਂ ਤੇ ਧਰੈ ਧਰਮ ਨਿਜ ਜੋਧਾ। ਹਾਂਜੀ। ਨਹੀਂ ਜੁਧ ਮਹਿ ਤਿਆਗ ਹੈ ਕ੍ਰੋਧਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜੋਧਾ ਆਪਣਾ ਕਰਮ ਕਰੇ, ਜੁੱਧ ਦੇ ਵਿੱਚ ਵੀਰ ਰਸ ਧਾਰਨ ਕਰੇ, ਵੈਰੀਆਂ ਦਾ ਨਾਸ ਕਰੇ, ਬਾਕੀ ਜਦੋਂ ਕਾਲ ਨੇ ਆਉਣਾ ਉਦੋਂ ਹੀ ਆਉਣਾ। ਮਹਾਰਾਜ ਕਹਿਣ ਲੱਗੇ ਜੋਧੇ ਦਾ ਕੰਮ ਹੈ ਸ਼ਸਤਰ ਚਲਾਉਣਾ ਜੀ, ਉਹਦਾ ਧਰਮ ਹੈ ਇਹ। ਹਾਂਜੀ। ਸੰਤ ਅਤਿਥ ਦਿਜ ਤੈਨੂੰ ਰੰਕ। ਹਾਂਜੀ।
ਜਿनको ਜੋ ਇਨਕੋ ਦੁਖ ਦੇਹ ਅਤੰਕ। ਪਰ ਚੇਤਾ ਰੱਖੀ ਸ਼ਸਤਰਧਾਰੀ ਤੇ ਤੂੰ ਹੈ, ਸੰਤ ਗਰੀਬ ਰੱਬ ਦੇ ਪਿਆਰੇ ਗਾਂ ਪਰਜਾ ਇਹਨਾਂ ਨੂੰ ਦੁੱਖ ਨਹੀਂ ਦੇਣਾ। ਕਹਿਣ ਲੱਗੇ ਇਹਨਾਂ ਨੂੰ ਦੁੱਖ ਨਹੀਂ ਦੇਣਾ। ਹਾਂਜੀ। ਤਹਾਂ ਧਰਮ ਕੋ ਜੰਗ ਮਚਾਵੈ, ਘਨੇ ਕੇ ਥੋਰੇ ਨਹਿ ਮਨ ਲਿਆਵੈ। ਰੱਜ ਕੇ ਆਖੋ ਵਾਹਿਗੁਰੂ। ਧਰਮ ਵਾਸਤੇ ਜੰਗ ਕਰੇ। ਮਹਾਰਾਜ ਕਹਿਣ ਲੱਗੇ ਧਰਮ ਵਾਸਤੇ, ਐਵੇਂ ਨਹੀਂ ਥੋੜਾ ਬਹੁਤਾ ਵੈਰ ਪੈ ਗਿਆ ਜੰਗ ਸ਼ੁਰੂ ਕਰ ਲਈ ਜੀ, ਬੰਦਾ ਮਾਰ ਦਿੱਤਾ ਜੀ, ਨਹੀਂ। ਵਿੱਚ ਧਰਮ ਹੋਵੇ, ਸੱਚਾਈ ਹੋਵੇ ਜੀ। ਜਿਨ੍ਹਾਂ ਨੇ ਸੱਚ ਲਈ ਜੰਗ ਲੜੀ ਅੱਜ ਤੱਕ ਜੈ ਜੈਕਾਰਾਂ 'ਚ ਉਹਨਾਂ ਦੀਆਂ। ਹਾਂਜੀ। ਜਥਾ ਸ਼ਕਤ ਕਰਤੋ ਰਹਿਦਾਨ। ਮਹਾਰਾਜ ਕਹਿਣ ਲੱਗੇ ਤੂੰ ਸ਼ਸਤਰ ਚਲਾ, ਆਪਣਾ ਕੰਮ ਕਰ, ਪਰ ਚੇਤਾ ਰੱਖ ਸੰਤਾਂ ਰੱਬ ਦੇ ਪਿਆਰਿਆਂ ਤੇ ਸ਼ਸਤਰ ਨਹੀਂ ਚਲਾਉਣੇ। ਦੂਜਾ, ਜਿੰਨੀ ਤੇਰੀ ਆਮਦਨੀ ਹੈ ਉਹਦੇ ਵਿੱਚੋਂ ਥੋੜਾ ਬਹੁਤਾ ਦਾਨ ਪੁੰਨ ਵੀ ਕਰਿਆ ਕਰ। ਕਹਿਣ ਲੱਗੇ ਦਾਨ ਪੁੰਨ ਬੜਾ ਜ਼ਰੂਰੀ ਹੈਗਾ ਜੀ। ਹਾਂਜੀ। ਖਾਨ ਪਾਨ ਬਸਤਰ ਧਨ ਜਾਨ। ਖਾਣ ਪੀਣ ਪਦਾਰਥ ਵਸਤਰ ਜਿੰਨੇ ਵੀ ਹੈ ਦਾਨ ਕਰਿਆ ਕਰ। ਮਹਾਰਾਜ ਕਹਿਣ ਲੱਗੇ ਦਾਨ ਕਰਿਆ ਕਰ। ਦਾਨ ਦੇ ਬੜੇ ਫਾਇਦੇ ਨੇ ਜੀ। ਚੇਤਾ ਰੱਖਿਓ ਜਿਸ ਦਿਨ ਤੁਸੀਂ ਦਸਵੰਧ ਕੱਢਦੇ ਹੋ, ਕਿਸੇ ਨੂੰ ਦਾਨ ਦਿੰਦੇ ਹੋ, ਉਸ ਦਿਨ ਬੈਠ ਕੇ ਗੁਰਮੰਤਰ ਦਾ ਜਾਪ ਕਰਿਓ। ਉਸ ਦਿਨ ਜਾਪ ਦੇ ਵਿੱਚ ਵੱਖਰੀ ਕਲਾ ਵਰਤੇਗੀ ਜੀ। ਉਸ ਦਿਨ ਨਾਮ ਜਪਣ ਵਿੱਚ ਤੁਹਾਡਾ ਜ਼ਿਆਦਾ ਧਿਆਨ ਲੱਗੇਗਾ ਜੀ। ਕਿਉਂ? ਉਹ ਦਿਨ ਮਨ ਕੋਮਲ ਬਣਿਆ ਹੁੰਦਾ ਜੀ। ਹਾਂਜੀ। ਕਰਬੇ ਦਾਨ ਸ਼ਸਤਰ ਕੇ ਮਾਹੀ। ਹਾਂਜੀ। ਬਰਕਤ ਹੋਤ ਨਿਫਲ ਹੋਏ ਨਾਹੀ। ਮਹਾਰਾਜ ਕਹਿਣ ਲੱਗੇ ਸ਼ਸਤਰ ਵੀ ਦਾਨ ਕਰ ਦਿਆ ਕਰ। ਕਿਸੇ ਨੂੰ ਦਾਨ ਕਰਿਆ ਕਰ, ਬਰਕਤਾਂ ਪੈਣਗੀਆਂ। ਬਰਕਤਾਂ ਰੱਬ ਵੀ ਤੇਰੀ ਰਾਖੀ ਕਰੇਗਾ। ਕਹਿਣ ਲੱਗੇ ਹਾਂਜੀ। ਕੁਝ ਨਾ ਕੁਝ ਤੇ ਬੰਦਾ ਕਰੇ ਜੀ। ਜ਼ਿੰਦਗੀ ਮਿਲੀ, ਘਰ ਪਦਾਰਥ ਵਾਹਿਗੁਰੂ ਜੀ ਨੇ ਖੁੱਲ੍ਹੇ ਦਿੱਤੇ ਹੈ, ਕੁਝ ਨਾ ਕੁਝ ਤੇ ਬੰਦਾ ਦਾਨ ਪੁੰਨ ਕਰੇ ਜੀ। ਮਾਫ ਕਰਿਓ, ਪਹਿਲੇ ਸਮਾਂ ਵਿੱਚ ਤੁਸੀਂ ਪਿੰਡਾਂ ਦੇ ਵੀ ਬੈਠੇ ਜੇ ਇੱਥੇ, ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਆ ਹੋਏਗਾ ਘਰ ਦਾ ਮੇਨ ਦਰਵਾਜ਼ਾ ਸਾਰੀ ਸਾਰੀ ਦਿਹਾੜੀ ਖੁੱਲ੍ਹਾ ਰਹਿੰਦਾ ਸੀਗਾ ਜੀ। ਪਿੰਡਾਂ ਵਿੱਚ ਜੀ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੀ ਰਹਿੰਦਾ ਸੀਗਾ ਜੀ। ਕਦੀ ਕੋਈ ਆ ਗਿਆ ਚਾਹ ਧਰ ਦਿੱਤੀ, ਕਦੀ ਕੋਈ ਆ ਗਿਆ ਪ੍ਰਸ਼ਾਦਾ ਬਣ ਗਿਆ ਜੀ। ਕੋਈ ਨਾ ਕੋਈ ਆ ਕੇ ਬੈਠਾ ਹੀ ਰਹਿੰਦਾ ਹੁੰਦਾ ਸੀ ਵਿਹੜੇ ਵਿੱਚ, ਤੇ ਘਰ ਵਿੱਚ ਲੰਗਰ ਦਾਨ ਪੁੰਨ ਚੱਲਦਾ ਹੀ ਰਹਿੰਦਾ ਹੁੰਦਾ ਸੀਗਾ ਜੀ। ਹੁਣ ਆਪਾਂ ਸ਼ਹਿਰ ਦਾ ਵੇਖ ਲਈਏ ਜੀ, ਦਰਵਾਜ਼ਾ ਬੰਦ ਹੈ ਜੀ। ਹਾਂਜੀ। ਤੇ ਬਸ ਉਦੋਂ ਹੀ ਖੁੱਲ੍ਹਣਾ ਜਦੋਂ ਕਿਸੇ ਨੇ ਬਾਹਰ ਜਾਣਾ ਜਾਂ ਅੰਦਰ ਆਉਣਾ। ਬਿਨਾਂ ਕਾਰਨ ਤੋਂ ਦਰਵਾਜ਼ਾ ਨਹੀਂ ਕੋਈ ਖੋਲ੍ਹ ਕੇ ਰੱਖਦਾ ਜੀ। ਅਸੀਂ ਵੀ ਘਰਾਂ ਵਾਲੇ ਵੇਖ ਲਈਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਪਹਿਲੇ ਸਮੇਂ ਵਿੱਚ ਸ਼ਹਿਰਾਂ ਵਿੱਚ ਵੀ ਇਹ ਹੁੰਦਾ ਸੀਗਾ, ਦਰਵਾਜ਼ੇ ਖੁੱਲ੍ਹੇ ਰਹਿਣੇ, ਮੰਗਣ ਵਾਲਿਆਂ ਨੇ ਬੈਠੇ ਰਹਿਣਾ। ਕਿਸੇ ਲਈ ਚਾਹ ਬਣੀ ਹੁੰਦੀ ਸੀ, ਕਿਸੇ ਲਈ ਕੁਝ ਬਣਿਆ ਹੁੰਦਾ ਸੀਗਾ ਜੀ। ਮਹਾਰਾਜ ਕਹਿੰਦੇ ਦਾਨ ਪੁੰਨ ਦਾ ਬੜਾ ਮਹਾਤਮ ਹੈ, ਦਾਨ ਕਰਿਆ ਕਰ। ਕਹਿਣ ਲੱਗੇ ਹਾਂਜੀ। ਸੋ ਜਸ ਜਗਤ ਕਹਿ ਸੁਦਾ ਸਮਾਨ। ਬਿਖ ਸਮ ਅਪਜਸ ਕਰਹਿ ਸੁਹਾਨ। ਗੱਜ ਕੇ ਆਖੋ ਵਾਹਿਗੁਰੂ। ਜਗਤ ਫਿਰ ਜਸ ਕਰਦਾ, ਜਸ ਤਾਰੀਫਾਂ ਕਰੇਗਾ। ਤੇ ਜਿਹੜਾ ਜਸ ਹੈ ਨਾ, ਇਹ ਬੰਦੇ ਲਈ ਅੰਮ੍ਰਿਤ ਦੀ ਨਿਆਈ ਹੈ। ਤੇ ਜਦੋਂ ਨਿੰਦਿਆ ਹੁੰਦੀ ਬੰਦੇ ਨੂੰ ਜ਼ਹਿਰ ਹੀ ਲੱਗਦਾ ਜੀ, ਜ਼ਹਿਰ ਦੀ। ਹਾਂਜੀ। ਸੁਨ ਪ੍ਰਸੰਨ ਭਾ ਹਿਰਦੈ ਪ੍ਰਤਾਪੂ। ਭਾਈ ਪ੍ਰਤਾਪੂ ਬੜਾ ਖੁਸ਼ ਹੋਇਆ ਵੀ ਇਹ ਤੇ ਕੰਮ ਹੀ ਵਧੀਆ, ਮੈਂ ਦਾਨ ਪੁੰਨ ਕਰਿਆ ਕਰਾਂ, ਮੇਰਾ ਭਲਾ ਹੋਇਆ ਕਰੇਗਾ ਜੀ। ਹਾਂਜੀ। ਨਮੋ ਕਰੀ ਗੁਰ ਲਖਿਓ ਪ੍ਰਤਾਪੂ। ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਭਾਈ ਪ੍ਰਤਾਪੂ ਜੀ ਆਪਣੇ ਘਰ ਚਲੇ ਗਏ। ਭਾਈ ਪ੍ਰਤਾਪੂ ਨੇ ਪੱਕਾ ਹੀ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਹੜਾ ਮਰਜ਼ੀ ਆ ਕੇ ਪ੍ਰਸ਼ਾਦਾ ਛਕੇ, ਕਿਸੇ ਨੂੰ ਨਾ ਨਹੀਂ ਕਰਨੀ। ਬੜਾ ਪੁੰਨ 'ਚ ਸੰਗਤ ਜੀ ਕਿਸੇ ਨੂੰ ਪ੍ਰਸ਼ਾਦਾ ਛਕਾਉਣ ਦਾ। 3.5 ਮਣ ਦੇਹਰੀ ਚੱਲੇ ਪਾਣੀ ਅੰਨ। ਇਹ ਅੰਨ ਪਾਣੀ ਨਾਲ ਹੀ ਸਰੀਰ ਚੱਲਦਾ ਜੀ। ਹਾਂਜੀ।
ਨੰਦਾ ਵਿਠੜ ਸੁਆਮੀ ਦਾਸ ਸੋ ਭਾਈ ਨੰਦਾ ਵਿਠੜ ਜੀ ਤੇ ਸੁਆਮੀ ਦਾਸ ਜੀ ਬਸਹਿ ਧਨੇਸਰ ਕਰੈ ਆਵਾਸ। ਬਸਹੇ ਥਨੇਸਰ। ਥਨੇਸਰ ਹਰਿਆਣੇ ਵਿੱਚ ਹੈ ਸਾਧ ਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ। ਥਨੇਸਰ ਦੇ ਰਹਿਣ ਵਾਲੇ ਨੇ ਭਾਈ ਨੰਦਾ ਵਿਠੜ ਜੀ ਤੇ ਭਾਈ ਸੁਆਮੀ ਦਾਸ ਜੀ। ਹਾਂਜੀ, ਕਰਹਿ ਧਰਮ ਕੇ ਜੁਤ ਵਿਵਹਾਰਾ। ਬਹੁਤ ਵਧੀਆ ਬੰਦੇ ਨੇ ਜੀ, ਧਾਰਮਿਕ ਕਰਮ ਕਰਦੇ ਨੇ ਜੀ। ਇਹਨਾਂ ਦੀ ਧਾਰਮਿਕ ਕੰਮ ਕਰਨ ਵਿੱਚ ਬੜੀ ਰੁਚੀ ਰਹਿੰਦੀ ਹੈ। ਹਾਂਜੀ, ਕਹੈ ਸੋ ਮੋਲ ਸੋ ਏਕੋ ਬਾਰਾ। ਗੱਜ ਕੇ ਆਖੋ ਵਾਹਿਗੁਰੂ। ਤੇ ਇੱਕ ਹੋਰ ਗੱਲ 'ਚ ਇੱਕ ਹੈ ਨਾ, ਧਰਮ ਦੇ ਕੰਮ ਕਰਨੇ, ਨਾਮ ਜਪਣਾ, ਇੱਕ ਕਾਰੋਬਾਰ ਕਰਨਾ ਤੇ ਉਹਦੇ ਵਿੱਚ ਵੀ ਧਰਮ ਰੱਖਣਾ ਜੀ। ਹੇਰਾ ਫੇਰੀ ਨਾ ਕਰਨੀ, ਇਹ ਵੀ ਤਾਂ ਧਰਮ ਹੀ ਹੈ ਨਾ ਜੀ। ਇਹਨਾਂ ਨੇ ਜਿਹੜਾ ਵੀ ਸਮਾਨ ਵੇਚਣਾ ਨਾ ਜੀ, ਦੋਵਾਂ ਨੇ ਇੱਕੋ ਵਾਰੀ ਮੁੱਲ ਕਹਿਣਾ ਜੀ। ਹਾਂਜੀ, ਬਾਹਰ ਲਿਖਿਆ ਹੁੰਦਾ ਨਾ ਫਿਕਸਡ ਪ੍ਰਾਈਜ਼, ਬਸ ਉਹ ਸੀਗਾ ਜੀ ਇਹਨਾਂ ਦਾ ਜੀ। ਹਾਂਜੀ, ਇੱਕ ਸੁਖਨੀ ਤਿਨ ਕੋ ਭਾ ਨਾਮ। ਹਾਂਜੀ, ਚਲ ਆਏ ਸਤਿਗੁਰ ਕੀ ਸ਼ਾਮ। ਗੱਜ ਕੇ ਆਖੋ ਵਾਹਿਗੁਰੂ। ਤੇ ਲੋਕ ਇਹਨਾਂ ਨੂੰ ਇੱਕ ਸੁਖਣੀ ਕਹਿੰਦੇ ਵੀ ਇੱਕ ਮੁੱਲ ਵਾਲੇ ਆ ਇਹ। ਜੋ ਇਹਨਾਂ ਨੇ ਵਸਤੂ ਦੇ ਪੈਸੇ ਮੰਗ ਲਏ, ਨਾ ਘਟਣਾ ਤੇ ਨਾ ਵਧਣਾ ਜੀ। ਇੱਕ ਨਾ ਬੰਦੇ ਦਾ ਇਤਬਾਰ ਬਣ ਜਾਂਦਾ ਜੀ। ਜਿਹੋ ਜਿਹਾ ਬੰਦਾ ਕੰਮ ਕਰਦਾ ਨਾ ਜੀ, ਤੁਸੀਂ ਵੇਖ ਲਓ ਜਗਤ ਹੈਗਾ, ਉਹੋ ਜਿਹਾ ਇਤਬਾਰ ਪੈ ਜਾਂਦਾ ਜੀ ਉਹਦਾ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਝੂਠ ਨਹੀਂ ਬੋਲਦਾ ਉਹਦਾ ਇਤਬਾਰ ਹੋ ਜਾਂਦਾ ਵੀ ਇਹ ਬੰਦਾ ਝੂਠ ਨਹੀਂ ਬੋਲਦਾ। ਤੇ ਜਿਹੜਾ ਝੂਠ ਬੋਲਦਾ ਰਵੇ ਨਾ ਜੀ, ਉਹ ਸੱਚ ਵੀ ਬੋਲੇ ਤੇ ਕੋਈ ਇਤਬਾਰ ਨਹੀਂ ਕਰਦਾ ਉਹਦਾ ਜੀ। ਲੋਕਾਂ ਦੇ ਮਨ ਵਿੱਚ ਛਵੀ ਬਣ ਜਾਂਦੀ ਜੀ। ਸੁਆਮੀ ਦਾਸ ਜੀ ਦੀ ਤੇ ਨੰਦਾ ਵਿਠੜ ਜੀ ਦੀ ਛਵੀ ਲੋਕਾਂ ਵਿੱਚ ਇਹ ਬਣੀ ਹੈ। ਇਹ ਇੱਕ ਹੀ ਮੁੱਲ ਰੱਖਦੇ ਹੈ। ਹਾਂਜੀ, ਕਰ ਬੰਧਨ ਬੈਠੇ ਹੋਏ ਪਾਸ। ਉਹ ਦੋਵੇਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਹਨ। ਆ ਕੇ ਨਮਸਕਾਰ ਕੀਤੀ, ਸਤਿਗੁਰੂ ਦੇ ਕੋਲ ਬੈਠ ਗਏ। ਇੱਕ ਸੁਖਨੀ ਭਾ ਜ਼ਿਕਰ ਪ੍ਰਕਾਸ਼। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਵਿੱਚ ਹੀ ਇੱਕ ਮੁੱਲ ਦਾ ਉਹਨਾਂ ਦੇ ਬਾਰੇ, ਉਹਨਾਂ ਦਾ ਹੀ ਜ਼ਿਕਰ ਹੋਣ ਲੱਗ ਪਿਆ ਜੀ। ਹਾਂਜੀ, ਸ਼੍ਰੀ ਅਰਜਨ ਗੁਰਦੇਵ ਬਖਾਨਾ। ਹਾਂਜੀ, ਇਸ ਤੇ ਹੀ ਹੋਏ ਤੁਮ ਕਲਿਆਣਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਆ ਨੰਦਾ ਜੀ, ਨੰਦਾ ਵਿਠੜ, ਸੁਆਮੀ ਦਾਸ, ਮਹਾਰਾਜ ਇਹਨਾਂ ਦਾ ਇਤਬਾਰ ਹੈ ਲੋਕਾਂ ਵਿੱਚ, ਇਹਨਾਂ ਦਾ ਮੁੱਲ ਇੱਕ ਹੈਗਾ ਮਹਾਰਾਜ, ਮੁੱਲ ਇੱਕ ਹੈਗਾ ਜੀ। ਔਰ ਕੁਦਰਤੀ ਹੈ, ਜਿਹੜਾ ਬੰਦਾ ਇੱਕ ਮੁੱਲ ਰੱਖੇਗਾ ਨਾ ਜੀ, ਉਹ ਬਹੁਤ ਜ਼ਿਆਦਾ ਹੇਰਾ ਫੇਰੀ ਤੋਂ ਬਚ ਜਾਏਗਾ ਜੀ। ਦੋ ਕੰਮ ਹੋਣਗੇ ਜੀ। ਹਾਂਜੀ, ਕਈ ਬੰਦੇ ਹੇਰਾ ਫੇਰੀ ਕਰਦੇ ਵੀ ਜ਼ਿਆਦਾ ਮੁੱਲ ਦੱਸ ਕੇ ਹੌਲੀ ਹੌਲੀ ਹੇਠਾਉਂਦੇ ਜੀ। ਹਾਂਜੀ, ਉਹ ਪਹਿਲਾਂ ਉਹਨਾਂ ਕੀ ਮੁੱਲ ਲਾਉਂਦੇ ਸਨ ਜਿੰਨਾ ਕੁ ਹੁੰਦਾ ਸੀਗਾ ਜੀ। ਇਸੇ ਕਰਕੇ ਲੋਕ ਉਹਨਾਂ ਦੇ ਇੱਕ ਮੁੱਲ ਉੱਤੇ ਭਰੋਸਾ ਕਰਦੇ ਹੁੰਦੇ ਸੀਗੇ ਜੀ। ਗੱਲ ਤੇ ਇਤਬਾਰ ਦੀ ਹੈਗੀ ਨਾ ਜੀ, ਜਿਹਦੇ ਤੇ ਜਿਹੋ ਜਿਹਾ ਇਤਬਾਰ ਵੱਧ ਗਿਆ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਇਹ ਇੱਕ ਮੁੱਲ ਲਾਉਂਦੇ ਆ, ਇਹ ਪੈਸੇ ਵੱਧ ਘੱਟ ਨਹੀਂ ਲੈਂਦੇ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਬਹੁਤ ਚੰਗੀ ਗੱਲ ਹੈ, ਇਹੋ ਹੀ ਸੁਭਾਅ ਰੱਖਿਓ, ਇਹੋ ਕੰਮ ਹੀ ਕਰ ਲਓ, ਤੁਹਾਡੀ ਮੁਕਤੀ ਹੋ ਜਾਏਗੀ। ਕਹਿਣ ਲੱਗੇ ਤੁਹਾਡਾ ਕਲਿਆਣ ਹੋ ਜਾਏਗਾ ਜੀ। ਗੱਲ ਤੇ ਇਮਾਨਦਾਰੀ ਦੀ ਹੈ ਨਾ ਜੀ। ਹਾਂਜੀ, ਝੂਠ ਬਰਾਬਰ ਪਾਪ ਨਾ ਦੂਜਾ। ਪਰ ਮਹਾਰਾਜ ਕਹਿੰਦੇ ਚੇਤਾ ਰੱਖਿਓ, ਝੂਠ ਦੇ ਬਰਾਬਰ ਦੂਜਾ ਪਾਪ ਨਹੀਂ ਚ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਝੂਠ ਬਰਾਬਰ ਪਾਪ ਨਹੀਂ ਦੂਜਾ ਹੈਗਾ ਜੀ। ਹਾਂਜੀ, ਝੂਠ ਬੋਲ ਕੇ ਰੇਟ ਵੱਧ ਲਾ ਦਿਓ, ਮੁੱਲ ਵੱਧ ਲਾ ਦਿਓ, ਉਹ ਪਾਪ ਹੈਗਾ। ਹਾਂਜੀ, ਸਾਚ ਸਮਾਨ ਪੁੰਨ ਨਹਿ ਪੂਜਾ। ਤੇ ਸੱਚ ਦੇ ਸਮਾਨ, ਸੱਚ ਬੋਲਣ ਦੇ ਵਰਗਾ ਹੋਰ ਕੋਈ ਪੁੰਨ ਨਹੀਂ ਹੈਗਾ ਜੀ। ਸੱਚ ਵਿੱਚ ਬੜੀ ਤਾਕਤ ਹੈਗੀ ਜੀ। ਸੱਚੇ ਬੰਦੇ ਤੋਂ ਸਾਰੇ ਡਰ ਕੇ ਰਹਿੰਦੇ ਜੇ। ਹਾਂਜੀ, ਤੇ ਝੂਠਾ ਜੋ ਮਰਜ਼ੀ ਬੋਲੀ ਜਾਵੇ ਉਹਦੀ ਨਹੀਂ ਪਰਵਾਹ ਕਰਦੇ ਜੀ ਲੋਕ। ਸੱਚੇ ਬੰਦੇ ਤੋਂ ਡਰਦੇ ਜੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਝੂਠ ਵਰਗਾ ਪਾਪ ਨਹੀਂ ਤੇ ਸੱਚ ਵਰਗਾ ਪੁੰਨ ਨਹੀਂ ਹੈਗਾ ਜੀ। ਸੱਚ ਵਰਗਾ ਪੁੰਨ ਨਹੀਂ ਹੈਗਾ। ਲੋਕਾਂ ਨੂੰ ਪਤਾ ਇਸ ਬੰਦੇ ਨੇ ਸੱਚ ਬੋਲਣਾ ਜੀ। ਤੇ ਮਾਫ ਕਰਿਓ, ਹੁਣ ਕੱਪੜਾ ਤਾਂ ਹੈਗਾ 500 ਦਾ,
ਤੇ ਵਧੀਆ ਸ਼ੀਸ਼ੇ ਦਾ ਸ਼ੋਰੂਮ ਹੈ ਤੇ ਉਹਦਾ ਹੀ 1500 ਮੁੱਲ ਲਾਇਆ ਤੇ ਪਾਪ ਹੀ ਹੈਗਾ ਨਾ ਜੀ, ਪਾਪ ਹੀ ਹੈਗਾ ਨਾ ਜੀ। ਚਲੋ ਕਮਾਈ ਕਰ ਲੈ 600 ਲਾ ਲੈ ਜੀ, ਪਰ 3 ਗੁਣਾ ਵੱਧ ਮੁੱਲ ਜੀ, ਤੇ ਫਿਰ ਪਾਪ ਹੈਗਾ ਜੀ। ਮਹਾਰਾਜ ਕਹਿੰਦੇ ਤੁਸੀਂ ਇਹ ਕੰਮ ਰੱਖਣਾ, ਇੱਕ ਜ਼ੁਬਾਨ ਤੇ ਰਹਿਣਾ, ਤੁਹਾਡਾ ਇੰਨੇ 'ਚ ਹੀ ਭਲਾ ਹੋ ਜਾਏਗਾ। ਹਾਂਜੀ, ਸਿੱਖਨ ਕੀ ਸੇਵਾ ਨਿਤ ਕਰੋ। ਮਹਾਰਾਜ ਕਹਿੰਦੇ ਇਹਦੇ ਨਾਲ ਨਾਲ ਸਿੱਖਾਂ ਦੀ ਸੇਵਾ ਵੀ ਕਰਿਆ ਕਰੋ। ਹਾਂਜੀ, ਗੁਰਮਤਿ ਸਦਾ ਹਿਰਦੈ ਉਰ ਧਰੋ। ਤੇ ਗੁਰੂ ਦੀ ਮੱਤ ਹਿਰਦੇ 'ਚ ਧਾਰਨ ਕਰਨੀ। ਮੈਂ ਉਦਣ ਵੀ ਦੱਸਿਆ ਸੀਗਾ, ਮੁੱਖ ਵਿੱਚ ਵਾਹਿਗੁਰੂ ਦਾ ਨਾਮ, ਹਿਰਦੇ 'ਚ ਧਿਆਨ ਤੇ ਮੋਹ ਰਹਿਤ ਜੀਵਨ ਰੱਖਣਾ ਜੀ। ਇਹਨੂੰ ਗੁਰਮਤਿ ਕਹਿੰਦੇ। ਆਖੋ ਵਾਹਿਗੁਰੂ ਵਾਹਿਗੁਰੂ। ਮੂੰਹ 'ਚ ਨਾਮ ਹੋਵੇ, ਹਿਰਦੇ 'ਚ ਗਿਆਨ ਨਾ ਹੋਵੇ, ਮੋਹ ਰਹਿਤ ਜੀਵਨ ਨਾ ਹੋਵੇ, ਉਹ ਗੁਰਮਤਿ ਨਹੀਂ ਹੈਗੀ ਜੀ। ਮੁੱਖ 'ਚ ਨਾਮ ਹੋਵੇ, ਹਿਰਦੇ 'ਚ ਗਿਆਨ ਧਿਆਨ ਹੋਵੇ ਤੇ ਮੋਹ ਰਹਿਤ ਜੀਵਨ ਹੋਵੇ, ਇਹ ਗੁਰਮਤਿ ਹੈਗੀ ਹੈ। ਮਹਾਰਾਜ ਕਹਿੰਦੇ ਸਿੱਖਾਂ ਦੀ ਸੇਵਾ ਕਰਿਆ ਕਰੋ, ਮੁੱਖ ਤੋਂ ਪਰਮੇਸ਼ਰ ਦਾ ਨਾਮ ਜਪਿਆ ਕਰੋ, ਹਿਰਦੇ 'ਚ ਧਿਆਨ ਲਾ ਕੇ ਰੱਖਿਆ ਕਰੋ ਪਰਮੇਸ਼ਰ ਨਾਲ, ਕਿਸੇ ਚੀਜ਼ ਨਾਲ ਮੋਹ ਨਾ ਕਰਿਓ, ਭਲਾ ਹੋਏਗਾ ਤੁਹਾਡਾ। ਕਹਿਣ ਲੱਗੇ ਹਾਂਜੀ, ਸੀਤ ਕਾਲ ਮਹਿ ਦੀਜਹਿ ਚੀਰ। ਮਹਾਰਾਜ ਕਹਿਣ ਲੱਗੇ ਤੁਹਾਡਾ ਕੱਪੜਿਆਂ ਦਾ ਕਾਰੋਬਾਰ ਹੈ, ਠੰਡ ਵੇਖੋ ਤੇ ਜਿਹੜੇ ਕੋ ਕੱਪੜੇ ਨਹੀਂ ਹੈਗੇ ਉਹਨੂੰ ਕੱਪੜੇ ਦਾਨ ਦੇ ਦਿਆ ਕਰੋ। ਕਹਿਣ ਲੱਗੇ ਹਾਂਜੀ, ਭਲੇ ਕਰਮ ਮਹਿ ਕੀਜਹਿ ਧੀਰ। ਬਸ ਭਲਾ ਹੀ ਕੰਮ ਕਰਿਆ ਕਰੋ, ਭਲੇ ਕੰਮਾਂ ਵਿੱਚ ਹੀ ਧਿਆਨ ਰੱਖਿਆ ਕਰੋ, ਚੰਗੇ ਕੰਮਾਂ 'ਚ ਧਿਆਨ ਰੱਖਿਆ ਕਰੋ ਜੀ। ਮੁੱਖ ਬਾਣੀ ਦਾ ਟੀਚਾ ਇਹੋ ਹੀ ਹੈ ਜੀ। ਮੈਂ ਉਸ ਦਿਨ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ, ਦਰਬਾਰ ਸਾਹਿਬ ਹੁਕਮਨਾਮਾ ਲਿਖਿਆ ਜੀ। ਇੱਕ ਪੇਂਡੂ ਪਾਪਾ ਆਇਆ ਜੀ, ਨਾਲ ਉਹਦਾ ਪੋਤਰਾ ਜੀ, ਪੜ੍ਹਨਾ ਦੋਵਾਂ ਨੂੰ ਨਹੀਂ ਆਉਂਦਾ ਜੀ। ਹਾਂਜੀ, ਸੰਗਤਾਂ ਹੁਕਮਨਾਮਾ ਪੜ੍ਹਨ ਦਈਆਂ ਜੀ, ਤੇ ਬੱਚਾ ਬਾਪੂ ਨੂੰ ਕਹਿੰਦਾ ਵੀ ਮੈਂ ਇਹ ਪੜ੍ਹਨਾ, ਇੱਥੇ ਕੀ ਲਿਖਿਆ? ਛੋਟਾ ਸੀ ਤੇ ਬਾਪੂ ਨੇ ਸਿੱਧੀ ਗੱਲ ਕੀਤੀ, ਕਹਿੰਦਾ ਪੁੱਤ ਇੱਥੇ ਲਿਖਿਆ ਚੰਗੇ ਕੰਮ ਕਰਿਆ ਕਰੋ ਤੇ ਨਾਮ ਜਪਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਬਾਣੀ ਇਹੋ ਹੀ ਤੇ ਸੰਦੇਸ਼ ਦਿੰਦੀ ਹੈ ਵੀ ਚੰਗੇ ਕੰਮ ਕਰਿਆ ਕਰੋ ਤੇ ਨਾਮ ਜਪਿਆ ਕਰੋ। ਇੱਥੇ ਪੁੱਤ ਇਹ ਲਿਖਿਆ ਕਹਿੰਦਾ। ਮਹਾਰਾਜ ਨੇ ਇਹੋ ਹੀ ਉਪਦੇਸ਼ ਦਿੱਤਾ ਉਹਨਾਂ ਨੂੰ। ਹਾਂਜੀ, ਗੁਰ ਕੋ ਬਚਨ ਮਾਨ ਘਰ ਆਏ। ਉਹ ਫਿਰ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਘਰ ਵਾਪਸ ਆ ਗਏ ਜੀ। ਕਿੱਥੋਂ ਆਏ ਸੀ ਭਲਾ? ਥਨੇਸਰ ਤੋਂ ਆਏ ਸੀਗੇ ਜੀ। ਹਾਂਜੀ, ਸਿੱਖਨ ਕੀ ਸੇਵਾ ਮਨ ਲਾਏ। ਮਨ ਲਾ ਕੇ ਗੁਰੂ ਜੀ ਦੇ ਸਿੱਖਾਂ ਦੀ ਸੇਵਾ ਕਰਨ ਲੱਗ ਪਏ। ਸੁਤ ਬਨਤਾ ਸਭ ਕੇ ਉਰ ਭਾਊ। ਕੀ ਘਰ ਵਾਲੀ, ਕੀ ਬੱਚੇ, ਸਾਰਿਆਂ ਦੇ ਮਨ 'ਚ ਪ੍ਰੇਮ ਜੀ। ਸੰਗਤ ਦੀ ਇਹ ਵਿਰਲੀਆਂ ਥਾਵਾਂ ਤੇ ਹੀ ਹੁੰਦਾ ਜੀ। ਸਾਰੇ ਘਰਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ। ਜੇ ਮਾਂ ਪਿਓ ਇਸ ਰਸਤੇ ਤੇ ਚੱਲਦੇ, ਬੱਚੇ ਨਹੀਂ ਚੱਲਦੇ ਜੀ, ਤੇ ਜੇ ਬੱਚੇ ਚੱਲਦੇ, ਮਾਂ ਪਿਓ ਨਹੀਂ ਚੱਲਦੇ ਜੀ। ਅੱਜ ਅਸੀਂ ਇੱਕ ਸਿੰਘ ਦੇ ਘਰ ਹੋ ਕੇ ਆਏ, ਲਖਮੀਰ ਸਿੰਘ ਦੇ ਘਰ ਜੀ। ਗੁਰੂ ਅਮਰਦਾਸ ਜੀ ਦਾ ਉਹਨਾਂ ਨੇ ਗੁਰਪੁਰਬ ਮਨਾਇਆ ਜੀ। ਬਹੁਤ ਇਕੱਠ ਨਹੀਂ ਸੀਗਾ, ਥੋੜ੍ਹੇ ਸਰੀਰ ਸੀਗੇ, ਪਰ ਲਖਮੀਰ ਸਿੰਘ ਆਪ, ਲਖਮੀਰ ਸਿੰਘ ਦੀ ਪਤਨੀ, ਲਖਮੀਰ ਸਿੰਘ ਦੇ ਬੱਚੇ, ਲਖਮੀਰ ਸਿੰਘ ਦੇ ਮਾਂ ਪਿਓ, ਸਾਰੇ ਹੀ ਸੇਵਾ ਦੇ ਰੰਗ 'ਚ ਰੰਗੇ ਤੇ ਸਾਰੇ ਹੀ ਸ਼ਰਧਾ ਵਾਲੇ ਜੀ। ਕਲਯੁਗ ਦੇ ਵਿੱਚ ਇਹੋ ਜਿਹੇ ਪਰਿਵਾਰ ਵਿਰਲੇ ਹੁੰਦੇ ਜੀ। ਮਾਂ ਪਿਓ ਬੱਚਿਆਂ ਨੂੰ ਕਹਿੰਦੇ, ਬੱਚੇ ਇਸ ਪਾਸੇ ਆ ਕੇ ਰਾਜੀ ਨਹੀਂ ਹੈਗੇ ਜੀ। ਤੇ ਕਈ ਭਾਗਾਂ ਵਾਲੇ ਬੱਚੇ ਮਾਂ ਪਿਓ ਨੂੰ ਕਹਿੰਦੇ, ਮਾਂ ਪਿਓ ਨਹੀਂ ਇਸ ਪਾਸੇ ਆ ਕੇ ਰਾਜੀ ਜੀ। ਇਹਨਾਂ ਦੋਵਾਂ ਨੇ ਕੀ ਕੀਤਾ ਜੀ? ਆਪ ਵੀ ਇਹ ਜੁੜ ਗਏ, ਆਪਣੀ ਘਰ ਵਾਲੀ, ਬੱਚੇ, ਸਾਰਿਆਂ ਨੂੰ ਕਿਹਾ ਭਾਈ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਹਾਂਜੀ, ਮਿਲਹਿ ਸਿੱਖ ਸੰਗ ਮਧੁਰ ਸੁਭਾਊ। ਫਿਰ ਸਾਰੇ ਗੁਰਸਿੱਖਾਂ ਨਾਲ ਮਿੱਠਾ ਬੋਲਦੇ, ਬੜੇ ਪ੍ਰੇਮ ਨਾਲ ਸੇਵਾ ਕਰਦੇ ਗੁਰਸਿੱਖਾਂ ਦੀ। ਹਾਂਜੀ, ਗੁਰਬਾਣੀ ਸੰਗ ਪਿਆਰ ਕਰਨ ਤੇ ਇਹ ਵਿਰਲਾ ਹੀ ਪਰਿਵਾਰ ਐਸਾ ਹੁੰਦਾ ਤੇ ਬੱਚੇ, ਭਾਈ, ਬੀਬੀ ਸਾਰੇ ਮਿਲ ਕੇ ਗੁਰਬਾਣੀ ਨਾਲ ਪਿਆਰ ਕਰਨ ਲੱਗ ਪਏ ਜੀ। ਵਿਰਲੇ ਪਰਿਵਾਰ ਐਸੇ ਹੁੰਦੇ ਆ। ਹਾਂਜੀ, ਪਠੈ ਸੁਨੈ ਤਿਸ ਪੰਥ ਚਲੰਤੇ। ਗੁਰਬਾਣੀ ਪੜ੍ਹਦੇ ਆ ਤੇ ਜੋ ਗੁਰਬਾਣੀ ਵਿੱਚ ਲਿਖਿਆ ਉਹਦੇ ਅਨੁਸਾਰ ਚੱਲਦੇ ਨੇ ਜੀ। ਫਿਰ ਉਹ ਹਾਂਜੀ, ਚਰਨ ਪਖਾਰਹਿ ਸਿੱਖਨ ਕੇਰੇ। ਤੇ ਗੁਰਪੁਰਬਾਂ ਤੇ ਨਾ, ਗੁਰਪੁਰਬਾਂ ਤੇ
ਗੁਰਸਿੱਖਾਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਆ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਮੈਨੂੰ ਮਾਫ ਕਰਿਓ, ਸਰਾਧਾਂ ਤੇ ਬਾਬੇ ਪੰਜ ਸੱਦ ਕੇ ਪ੍ਰਸ਼ਾਦਾ ਬੜਾ ਛਕਾਉਂਦੇ ਚ ਲੋਕ, ਕੋਈ ਵਿਰਲਾ ਹੀ ਆ ਜਿਹੜਾ ਗੁਰਪੁਰਬ ਤੇ ਛਕਾਉਂਦਾ ਹੋਵੇ ਜੀ। ਸਰਾਧਾਂ ਤੇ ਬੜਾ ਛਕਾਉਣਗੇ ਜੀ, ਗੁਰਪੁਰਬਾਂ ਤੇ ਪ੍ਰਸ਼ਾਦਾ ਕਰਨਾ ਤੇ ਸਿੱਖਾਂ ਦੇ ਚਰਨ ਧਵਾਉਣੇ ਪਹਿਲਾਂ ਜੀ। ਹਾਂਜੀ, ਭੋਜਨ ਬਸਤਰਨ ਦਾਨ ਕਨੇਰੇ, ਫਿਰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਣਾ ਤੇ ਤੁਰਦਿਆਂ ਨੂੰ ਕੱਪੜੇ ਵੀ ਦੇਣੇ ਜੀ ਇਹਨਾਂ ਨੇ ਜੀ। ਹਾਂਜੀ, ਇਮ ਕਰਤੇ ਹੀ ਭਇਓ ਉਧਾਰ। ਲਓ ਜੀ, ਕਵੀ ਸੰਤੋਖ ਸਿੰਘ ਕੀ ਲਿਖਦੇ ਆ, ਕਹਿੰਦੇ ਨੰਦਾ ਵਿਠੜ ਤੇ ਸਵਾਮੀ ਦਾਸ ਨੇ ਰੂਟੀਨ ਨਹੀਂ ਛੱਡੀ, ਜ਼ੁਬਾਨ ਇੱਕ ਰੱਖੀ ਜੀ, ਮੁੱਲ ਇੱਕ ਰੱਖਿਆ ਜੀ, ਤੇ ਨਿਮਰਤਾ ਦੇ ਨਾਲ ਰਹਿ ਕੇ ਜ਼ਿੰਦਗੀ ਬਸਰ ਕੀਤੀ। ਇਹ ਕੁਝ ਕਰਦਿਆਂ ਦੋਵਾਂ ਦਾ ਹੀ, ਆਪਣਾ ਵੀ ਤੇ ਪਰਿਵਾਰਾਂ ਦਾ ਵੀ ਉਧਾਰ ਹੋ ਗਿਆ ਜੀ। ਹਾਂਜੀ, ਪਾਏ ਪਰਮ ਪਦ ਗੁਰ ਦਰਬਾਰ। ਕਹਿਣ ਲੱਗੇ ਗੁਰੂ ਘਰ ਦੇ ਵਿੱਚ ਪਰਮ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ, ਪਰਮ ਪਦਵੀ ਜੀ। ਹਾਂਜੀ, ਗੋਪੀ ਮਹਿਤਾ ਨੱਥਾ ਔਰ। ਪਹਿਲੇ ਨਾਮ ਇਹੋ ਜਿਹੇ ਗੋਪੀ, ਮਹਿਤਾ, ਨੱਥਾ ਇਹੋ ਜਿਹੇ ਨਾਮ ਹੁੰਦੇ ਸੀ ਪਹਿਲਾਂ। ਹਾਂਜੀ, ਭਾਊ ਮੋਕਲ ਮਿਲ ਇੱਕ ਠੌਰ। ਭਾਈ ਭਾਊ ਮੋਕਲ ਸਾਰੇ ਮਿਲ ਕੇ ਇਕੱਠੇ ਹੋ ਕੇ ਢਿੱਲੀ ਮੰਡਲ ਗੁਰ ਢਿਗ ਆਏ। ਇਹਨਾਂ ਦੇ ਨਾਲ ਇੱਕ ਹੋਰ ਸਿੱਖ ਹੈ ਭਾਈ ਢਿੱਲੀ ਜੀ, ਗੱਜ ਕੇ ਆਖੋ ਵਾਹਿਗੁਰੂ। ਵਧੀਆ ਬੰਦੇ ਨੇ ਸਾਰੇ, ਪਹਿਲਾਂ ਨਾਮ ਹੀ ਇਸ ਤਰ੍ਹਾਂ ਦੇ ਹੁੰਦੇ ਸੀਗੇ ਜੀ, ਨਾਮ ਹੀ ਇਸ ਤਰ੍ਹਾਂ ਦੇ ਹੁੰਦੇ ਸੀ। ਭਾਈ ਢਿੱਲੀ ਮੰਡਲ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਆਏ ਜੀ ਸਾਰੇ ਜੀ। ਹਾਂਜੀ, ਬੰਦਨ ਕਰ ਸ਼ੁਭ ਦਰਸ਼ਨ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ, ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਆਪਾਂ ਵੀ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਥ ਜੋੜ ਪ੍ਰਸੰਗ ਬਖਾਨਾ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਫਿਰ ਬੇਨਤੀ ਕੀਤੀ ਜੀ। ਹਾਂਜੀ, ਬਾਣੀ ਰਚੀ ਆਪ ਬਿਦ ਨਾਨਾ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਸੀਂ ਬੜੇ ਤਰੀਕਿਆਂ ਦੀ ਬਾਣੀ ਰਚੀ ਹੈ, ਬੜੇ ਪ੍ਰਕਾਰ ਦੀ ਬਾਣੀ ਰਚੀ। ਵੇਖੋ ਨਾ ਜੀ, ਜਪਜੀ ਸਾਹਿਬ ਹੈ, ਉਹਦੀ ਚਾਲ ਹੋਰ ਹੈ, ਸੁਖਮਣੀ ਸਾਹਿਬ ਦੀ ਚਾਲ ਹੋਰ ਹੈ, 52 ਅੱਖਰੀ ਦੀ ਚਾਲ ਹੋਰ ਹੈ, ਇੱਕ ਸ਼ਲੋਕ ਹੈ ਇੱਕ ਪੌੜੀ, ਇੱਕ ਸ਼ਲੋਕ ਇੱਕ ਪੌੜੀ ਜੀ। 4 ਬੋਲਿਆਂ ਦੀ ਬਾਣੀ ਹੋਰ ਹੈ ਜੀ, ਉਹਨਾਂ ਦੀ ਚਾਲ ਹੋਰ ਹੈ, ਦੁਪਦੇ ਦੀ ਚਾਲ ਹੋਰ ਹੈ। ਹਾਂਜੀ, ਬੜੇ ਤਰ੍ਹਾਂ ਦੀ ਬਾਣੀ ਹੈ ਜੀ। ਹਾਂਜੀ, ਪੜਤ ਸੁਨਤ ਮਨ ਕੋ ਸੁਖ ਦੇਤ। ਸੱਚੇ ਪਾਤਸ਼ਾਹ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸਾਡੇ ਮਨ ਨੂੰ ਬੜਾ ਹੀ ਸੁੱਖ ਮਿਲਦਾ, ਬੜਾ ਸੁੱਖ ਮਿਲਦਾ, ਬੜੀ ਸ਼ਾਂਤੀ ਮਿਲਦੀ ਸੱਚੇ ਪਾਤਸ਼ਾਹ। ਹਾਂਜੀ, ਪ੍ਰੇਮ ਵਧਾਵੈ ਦੁੱਖ ਹਰ ਲੇਤ। ਮਹਾਰਾਜ ਤੁਹਾਡੀ ਬਾਣੀ ਪੜ੍ਹ ਪੜ੍ਹ ਕੇ ਤੇ ਪ੍ਰੇਮ ਵੱਧਦਾ, ਪ੍ਰੇਮ ਵਿੱਚ ਵਾਧਾ ਹੁੰਦਾ, ਦੁੱਖ ਦੂਰ ਹੁੰਦੇ ਸੱਚੇ ਪਾਤਸ਼ਾਹ। ਹਾਂਜੀ, ਵਿਸ਼ਿਆਨ ਤੇ ਸ਼ਾਂਤੀ ਉਪਜਾਵੈ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਬਾਣੀ ਪੜ੍ਹ ਕੇ ਮਾੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਵਿਸ਼ੇ ਵਿਕਾਰਾਂ ਤੋਂ ਸ਼ਾਂਤੀ ਮਿਲਦੀ ਹੈ। ਸੰਗਤ ਜੀ ਚੇਤਾ ਰੱਖਿਓ, ਧੰਦੇ ਲਈ ਬਾਣੀ ਪੜ੍ਹਨ ਵਾਲੇ ਬੰਦੇ ਦਾ ਕਦੀ ਵੀ ਮਨ ਸ਼ਾਂਤ ਨਹੀਂ ਹੋਏਗਾ ਜੀ। ਫਿਰ ਸੁਣਿਓ, ਧੰਦੇ ਲਈ ਬਾਣੀ ਪੜ੍ਹਨ ਵਾਲੇ ਬੰਦੇ ਦਾ ਮਨ ਕਦੀ ਸ਼ਾਂਤ ਨਹੀਂ ਹੋਏਗਾ। ਜਿਹੜਾ ਬਾਣੀ ਨੂੰ ਆਪਣੇ ਭਲੇ ਵਾਸਤੇ ਪੜ੍ਹੇਗਾ, ਉਹਦਾ ਮਨ ਹੀ ਸ਼ਾਂਤ ਹੋਏਗਾ ਜੀ, ਧੰਦੇ ਵਾਲੇ ਦਾ ਨਹੀਂ ਹੁੰਦਾ ਜੀ। ਆ ਮੇਰੇ ਕੋਲ ਬੱਚੇ ਸੰਥਾ ਕਰਦੇ ਆ, ਮੈਂ ਪਹਿਲਾਂ ਹੀ ਪੁੱਛਦਾ ਵੀ ਪਾਠੀ ਬਣਨ ਦੀ ਸੰਥਿਆ ਕਰ ਰਹੇ ਜਾਂ ਖੁਸ਼ੀ ਨਾਲ ਹੀ ਕਰ ਰਹੇ ਹੋ? ਕਈਆਂ ਦਾ ਜਵਾਬ ਹੁੰਦਾ ਜੀ ਪਾਠੀ ਬਣਨ ਲਈ, ਤੇ ਕਈ ਕਹਿੰਦੇ ਜੀ ਖੁਸ਼ੀ ਨਾਲ ਹੀ ਸੰਥਿਆ ਕਰ ਰਹੇ ਆ। ਚੇਤਾ ਰੱਖਿਓ, ਜਿਹੜੇ ਆਪਣੇ ਭਲੇ ਲਈ ਪੜ੍ਹਦੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਇਹ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਜਦੋਂ ਬਾਣੀ ਪੜ੍ਹੀ ਦੀ ਹੈ, ਮਨ ਮਾੜੇ ਪਾਸਿਓਂ ਰੁਕਦਾ ਹੈ। ਹਾਂਜੀ, ਸਤਨਾਮ ਕੋ ਸਿਮਰਨ ਭਾਵੈ। ਤੇ ਸਾਡਾ ਜੀ ਕਰਦਾ ਅਸੀਂ ਸਿਮਰਨ ਕਰਿਆ ਕਰੀਏ ਵਾਹਿਗੁਰੂ ਵਾਹਿਗੁਰੂ। ਹਾਂਜੀ, ਇਹ ਵੀ ਕਿਸੇ ਵਿਰਲੇ ਭਾਗਾਂ ਵਾਲੇ ਦਾ ਹੀ ਮਨ ਕਰਦਾ ਨਾ ਜੀ। ਕਹਿੰਦੇ ਮਹਾਰਾਜ ਸਾਡਾ ਜੀ ਕਰਦਾ ਸਤਨਾਮ ਵਾਹਿਗੁਰੂ ਇਕੱਲੇ ਬਹਿ ਜਾਈਏ, ਚੌਂਕੜਾ ਮਾਰੀਏ ਤੇ ਨਾਮ ਜਪਿਆ ਕਰੀਏ। ਹਾਂਜੀ, ਕੇਤਿਕ ਅਪਰਨ ਕੀਨਸ ਬਾਨੀ।
ਬਹੁ ਬਿਦ ਤੇ ਚਾਤੁਰਤਾ ਸਾਨੀ। ਸੱਚੇ ਪਾਤਸ਼ਾਹ ਕਈ ਹੋਰ ਲੋਕਾਂ ਨੇ ਵੀ ਬਾਣੀ ਲਿਖੀ ਹੈ, ਬੜੀ ਬੜੀ ਕਾਵ ਰਚਨਾ ਕੀਤੀ ਹੈ। ਹਾਂਜੀ, ਤਿਨ ਤੇ ਮਨ ਨਹਿ ਦਰਵੈ ਸੁਨੇਤੇ। ਪਰ ਮਹਾਰਾਜ ਉਹਨਾਂ ਨੂੰ ਸੁਣਿਆ ਪੜ੍ਹਿਆ ਮਨ ਪਿਘਲਦਾ ਨਹੀਂ, ਮਨ ਕੋਮਲ ਨਹੀਂ ਹੁੰਦਾ। ਹਾਂਜੀ, ਪ੍ਰੇਮ ਨ ਉਪਜਹਿ ਹਿਰਦੈ ਭਨੇਤੇ। ਸੱਚੇ ਪਾਤਸ਼ਾਹ ਨਾ ਤੇ ਮਨ ਹੀ ਪਿਘਲਦਾ ਤੇ ਨਾ ਪ੍ਰੇਮ ਉਪਜਦਾ ਸਾਡੇ ਮਨ 'ਚ। ਹਾਂਜੀ, ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੀਆਂ ਕਵਿਤਾਵਾਂ ਨੇ ਜੀ, ਕਵਿਤਾਵਾਂ ਦੇ ਕਿਤਾਬਾਂ ਭਰੀਆਂ ਪਈਆਂ ਜੀ ਕਵਿਤਾਵਾਂ ਨਾਲ ਜੀ, ਪਰ ਸਾਰਿਆਂ ਨੂੰ ਪੜ੍ਹ ਕੇ ਉਧਾਰ ਨਹੀਂ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਤੇ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਵੀ ਸਾਰੀਆਂ ਬਾਣੀਆਂ ਪੜ੍ਹ ਕੇ ਮਨ ਕਿਉਂ ਨਹੀਂ ਪਿਘਲਦਾ। ਹਾਂਜੀ, ਗੁਰਬਾਣੀ ਮਹਿ ਸ਼ਕਤ ਪ੍ਰਬੀਨਾ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਉਹਨਾਂ ਨੂੰ ਕਹਿਣ ਲੱਗੇ, ਭਾਈ ਪਿਆਰਿਓ, ਗੁਰੂ ਦੀ ਬਾਣੀ ਵਿੱਚ ਸ਼ਕਤੀ ਹੈ। ਸ਼ਕਤੀ ਕੀ ਹੈ? ਬੋਲੋ ਸਾਰੇ, ਕੀ ਹੈ? ਸ਼ਕਤੀ ਹੈ। ਸ਼ਕਤੀ, ਤਾਕਤ ਹੈਗੀ ਹੈ। ਹਾਂਜੀ, ਜਿਨ ਪ੍ਰਾਨੀ ਚਾਹਿਓ ਕਲਿਆਣਾ। ਜਿਨ ਪ੍ਰਾਨੀ ਚਾਹਿਓ ਕਲਿਆਣਾ, ਜਿਹੜੇ ਬੰਦੇ ਆਪਣਾ ਉਧਾਰ ਕਰਾਉਣਾ ਚਾਹੁੰਦੇ ਆ। ਹਾਂਜੀ, ਸੋ ਜੇ ਪਟਹਿ ਸੁਨਹਿ ਸ਼ੁਭ ਕਾਨਾ। ਉਹ ਆਪਣੇ ਉਧਾਰ ਵਾਸਤੇ ਬਾਣੀ ਪੜਨ ਤੇ ਬਾਣੀ ਨੂੰ ਸੁਣਨ। ਹਾਂਜੀ, ਫਲ ਵਿਸਾਲ ਤਿਸ ਪ੍ਰਾਪਤ ਹੋਏ। ਤੇ ਬਾਣੀ ਦੀ ਸ਼ਕਤੀ ਪ੍ਰਾਪਤ ਹੁੰਦੀ ਉਹਨਾਂ ਨੂੰ। ਫਿਰ ਬਾਣੀ ਦੀ ਸ਼ਕਤੀ ਵਰਤਦੀ ਹੈ, ਵੱਡਾ ਫਲ ਉਹਨਾਂ ਨੂੰ ਮਿਲਦਾ। ਮਹਾਰਾਜ ਕਹਿਣ ਲੱਗੇ, ਹਾਂਜੀ, ਬਹੁ ਅਭਿਆਸ ਕਰਹਿ ਨਰ ਜੋਏ। ਤੇ ਜਿਹੜੇ ਮਨੁੱਖ ਬਾਣੀ ਦਾ ਬਹੁਤ ਅਭਿਆਸ ਕਰਦੇ ਹੈ, ਬਹੁਤ ਅਭਿਆਸ ਕਰਦੇ ਹੈ। ਗੱਜ ਕੇ ਆਖੋ ਵਾਹਿਗੁਰੂ। ਮੰਨ ਲਓ ਕਿਸੇ ਨੇ ਮੂਲ ਮੰਤਰ ਦਾ ਹੀ ਅਭਿਆਸ ਕਰ ਲਿਆ ਜੀ, ਬਹੁਤ ਅਭਿਆਸ ਕੀਤਾ ਜੀ, ਬਹੁਤ ਅਭਿਆਸ ਕੀਤਾ ਜੀ ਮੂਲ ਮੰਤਰ ਦਾ। ਬਾਰ ਬਾਰ ਉਹਨੂੰ ਪੜ੍ਹਿਆ, ਇੱਕ ਓੰਕਾਰ ਸਤਿਨਾਮ ਬਾਰ ਬਾਰ ਜਾਪ ਕੀਤਾ। ਹਾਂਜੀ, ਸੋ ਹੁਏ ਜਾਤ ਮੁਕੰਦ ਪਰਾਇਨ। ਹਾਂ, ਮਹਾਰਾਜ ਕਹਿਣ ਲੱਗੇ ਫਿਰ ਉਹ ਮੁਕਤ ਹੋ ਜਾਂਦੇ ਆ ਬਾਣੀ ਦਾ ਅਭਿਆਸ ਕਰਨ ਵਾਲੇ। ਗੁਰਬਾਣੀ 'ਚ ਸ਼ਕਤੀ ਸੁਣ ਲਓ। ਇੱਕ ਬੰਦਾ ਗੁਰਦੁਆਰੇ ਸੇਵਾ ਕਰਦਾ ਜੀ, ਝਾੜੂ ਮਾਰਦਾ ਜੀ, ਝਾੜੂ, ਉੱਥੋਂ ਪ੍ਰਸ਼ਾਦਾ ਪਾਣੀ ਛਕ ਲੈਂਦਾ। ਗਰੀਬ ਬੜਾ ਜੀ ਉਹ, ਜੀ ਗਰੀਬ ਬੜਾ। ਗ੍ਰੰਥੀ ਸਿੰਘ ਨੂੰ ਉਹਦੇ 'ਤੇ ਤਰਸ ਆ ਗਿਆ। ਨੇ ਪੁੱਛਿਆ ਵੀ ਕੀ ਗੱਲ ਹੈ, ਤੂੰ ਗਰੀਬ ਬਹੁਤ ਹੈ, ਇੱਥੋਂ ਪ੍ਰਸ਼ਾਦਾ ਛਕਦਾ, ਸਾਰੀ ਦਿਹਾੜੀ ਸੇਵਾ ਕਰਦਾ। ਕਹਿਣ ਲੱਗਾ ਜੀ ਮੈਂ ਕੀ ਕਰਾਂ, ਬਚਪਨ ਤੋਂ ਹੀ ਮਾਂ ਪਿਓ ਸਾਥ ਛੱਡ ਕੇ ਚਲੇ ਗਏ, ਮੈਂ ਇਕੱਲਾ ਹੀ ਹੈਗਾ ਸੰਸਾਰ 'ਚ। ਕਹਿੰਦੇ ਅੱਛਾ, ਕਹਿੰਦਾ ਕੋਈ ਮੰਤਰ ਦੱਸੋ। ਕਹਿੰਦੇ ਸਾਰੀ ਬਾਣੀ ਮੰਤਰ ਹੈਗੀ ਹੈ। ਕਹਿਣ ਲੱਗਾ ਕੁਝ ਤੁਸੀਂ ਦੱਸ ਦਿਓ। ਕਹਿੰਦੇ ਫਿਰ ਪੜ੍ਹਿਆ ਕਰ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਤੁਸੀਂ ਬੜੀ ਵਧੀਆ ਗੱਲ ਸੁਣੀ ਹੋਏਗੀ। ਕਹਿੰਦਾ ਜੀ ਠੀਕ ਹੈ। ਉਹਨੇ ਸੇਵਾ ਕਰਿਆ ਕਰਨੀ ਤੇ ਪੜ੍ਹਿਆ ਕਰਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਹਾਂਜੀ, ਉਹਨੇ ਇਹੋ ਪੰਕਤੀ ਪੜ੍ਹੀ ਜਾਣੀ ਜੀ, ਇਹਦਾ ਜਾਪ ਕਰੀ ਜਾਣਾ ਜੀ। ਤੇ ਥੋੜ੍ਹੇ ਦਿਨਾਂ ਬਾਅਦ ਉੱਥੇ ਦੋਵੇਂ ਜੀ ਆਏ ਜਿਨ੍ਹਾਂ ਦਾ ਬੱਚਾ ਕੋਈ ਨਹੀਂ ਸੀਗਾ ਜੀ। ਉਹਨਾਂ ਦੇ ਘਰ ਨੌਕਰ ਨਹੀਂ, ਉਹਨਾਂ ਨੂੰ ਚੰਗਾ ਲੱਗਾ, ਉਹ ਕਹਿੰਦੇ ਇਹਨੂੰ ਨੌਕਰੀ ਰੱਖ ਲੈਂਦੇ ਆ। ਉਹਨਾਂ ਨੌਕਰੀ ਉਹਨੂੰ ਰੱਖ ਲਿਆ ਜੀ। ਹਾਂਜੀ, ਉਹਨੂੰ ਉਹਨਾਂ ਦੀ ਨੌਕਰੀ, ਉਹਨਾਂ ਨੂੰ ਉਹਦੀ ਨੌਕਰੀ ਇੰਨੀ ਚੰਗੀ ਲੱਗੀ, ਉਹਨਾਂ ਕਿਹਾ ਮਰ ਤੇ ਜਾਣਾ ਹੀ ਹੈ। ਦੋਵੇਂ ਬਜ਼ੁਰਗ ਸਨ, ਉਹਨਾਂ ਕਿਹਾ ਸਾਡੀ ਸੇਵਾ ਕਰੀ। ਦੋਵਾਂ ਨੇ ਸਾਰੀ ਜਾਇਦਾਦ ਹੀ ਉਹਨੂੰ ਲਿਖ ਦਿੱਤੀ ਜੀ ਆਪਣੀ। ਕਹਿੰਦੇ ਲੈ, ਕੁਝ ਸਾਲਾਂ ਬਾਅਦ ਉਹੋ ਹੀ ਬੰਦਾ ਸੰਗਤ ਦੀ ਗੱਡੀ 'ਚ ਬੈਠਾ, ਬੜੀ ਸ਼ਾਨ ਨਾਲ ਆਇਆ। ਗ੍ਰੰਥੀ ਸਿੰਘ ਉੱਥੇ ਹੀ ਸਨ। ਕਹਿਣ ਲੱਗਾ ਭਾਈ ਸਾਹਿਬ, ਤੁਸੀਂ ਬਾਣੀ ਦੀ ਇੱਕ ਪੰਕਤੀ ਦੱਸੀ,
ਮੈਂ ਇੱਕੋ ਹੀ ਪੰਕਤੀ ਨੂੰ ਪੜ੍ਹਦਾ ਰਿਹਾ। ਵੇਖੋ ਕੀ ਸਾਂ, ਬਾਣੀ ਦੀ ਕਿਰਪਾ ਨਾਲ ਮੈਂ ਕੀ ਬਣ ਗਿਆ। ਹੁਣ ਮਿਹਰ ਕਰੋ, ਮੈਨੂੰ ਅਗਲਾ ਰਾਹ ਵੀ ਦੱਸ ਦਿਓ, ਮੇਰੇ ਤੇ ਨਾਮ ਦੀ ਵੀ ਬਖਸ਼ਿਸ਼ ਕਰ ਦਿਓ। ਕਹਿੰਦੇ ਹੁਣ ਇਹ ਤੋਂ ਅਗਲੀ ਪੰਕਤੀ ਪੜ੍ਹੀ ਜਾ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹੋ ਪੜ੍ਹੀ ਜਾ, ਇਹਨੇ ਹੀ ਤੇਰਾ ਭਲਾ ਕਰ ਦੇਣਾ। ਗੁਰਬਾਣੀ 'ਚ ਸ਼ਕਤੀ ਹੈ, ਗੁਰਬਾਣੀ 'ਚ ਤਾਕਤ ਹੈ, ਗੁਰਬਾਣੀ 'ਚ ਕਰਾਮਾਤ ਹੈ। ਇੱਕ ਉਦਾਹਰਣ ਦੇ ਕੇ ਮੈਂ ਹੋਰ ਆਪਾਂ ਅੱਗੋਂ ਪ੍ਰਸੰਗ ਸੁਣਾਂਗੇ। ਇੱਥੋਂ ਜੱਥਾ ਪਾਕਿਸਤਾਨ ਗਿਆ, ਉੱਥੇ ਅਯੂਬ ਖਾਂ ਉੱਥੋਂ ਦਾ ਰਾਸ਼ਟਰਪਤੀ ਸੀ, ਉਹਦੇ ਆਫਿਸ ਵਿੱਚ ਗਏ। ਸੋਨੇ ਦੇ ਅੱਖਰਾਂ ਵਿੱਚ ਮੂਲ ਮੰਤਰ ਮੜ ਕੇ ਉਹਨੇ ਲਾਇਆ ਹੋਇਆ ਜੀ। ਉਹਨੂੰ ਪੁੱਛਿਆ ਵੀ ਤੁਸੀਂ ਮੁਸਲਮਾਨ ਹੋ, ਤੁਸੀਂ ਇਹਨੂੰ ਮੂਲ ਮੰਤਰ ਨੂੰ ਸੋਨੇ ਦੇ ਅੱਖਰਾਂ 'ਚ ਮੜ ਕੇ ਲਿਖਿਆ। ਉਹ ਕਹਿਣ ਲੱਗਾ ਮੈਂ ਅਜੂਬਾ ਸਾਂ, ਲੋਕ ਅਜੂਬਾ ਅਜੂਬਾ ਹੀ ਕਹਿੰਦੇ ਸੀਗੇ, ਜੇ ਅੱਜ ਅਜੂਬ ਖਾਂ ਹਾਂ, ਸਲੂਟ ਵੱਜ ਰਹੇ ਹੈ, ਇਸੇ ਮੂਲ ਮੰਤਰ ਦੀ ਕਿਰਪਾ ਕਰਕੇ ਵੱਜ ਰਹੇ ਹੈ। ਉਹਨੇ ਸਾਰੀ ਗੱਲ ਦੱਸੀ ਜੀ। ਕਹਿੰਦਾ ਪੜ੍ਹਨ 'ਚ ਮੇਰਾ ਚਿੱਤ ਨਹੀਂ ਸੀ ਲੱਗਦਾ, ਮੈਂ ਸਕੂਲੋਂ ਭੱਜ ਆਉਣਾ, ਘਰ ਵਾਲਿਆਂ ਨੂੰ ਸਕੂਲ ਦੇ ਕਲਾਸ ਦੇ ਵਿਦਿਆਰਥੀਆਂ ਨੇ ਦੱਸ ਦੇਣਾ ਵੀ ਤੁਹਾਡਾ ਬੱਚਾ ਸਕੂਲੋਂ ਭੱਜਿਆ ਜੇ ਮੈਂ ਸਕੂਲੇ ਰਹਿਣਾ ਮਾਸਟਰਾਂ ਨੇ ਮਾਰਨਾ। ਤੇ ਇੱਕ ਦਿਨ ਬੰਕ ਕੀਤਾ, ਮੈਂ ਸਕੂਲ ਨਹੀਂ ਗਿਆ, ਆਖਿਆ ਛੁੱਟੀ ਦੇ ਟਾਈਮ ਘਰ ਚਲੇ ਜਾਵਾਂਗਾ। ਗੁਰਦੁਆਰੇ ਦੀਆਂ ਪੌੜੀਆਂ ਦੇ ਉੱਤੇ ਜਾ ਕੇ ਬੈਠਾ, ਗ੍ਰੰਥੀ ਸਿੰਘ ਆਏ, ਉਹਨਾਂ ਨੇ ਵੇਖਿਆ, ਪੁੱਛਿਆ ਵੀ ਤੂੰ ਸਕੂਲ ਦੇ ਕੱਪੜੇ ਪਾਏ ਆ, ਸਕੂਲ ਕਿਉਂ ਨਹੀਂ ਗਿਆ। ਕਹਿਣ ਲੱਗਾ ਕੀ ਦੱਸਾਂ, ਮੈਂ ਸਕੂਲ ਜਾਂਦਾ ਉੱਥੇ ਵੀ ਗਾਲਾਂ ਪੈਂਦੀਆਂ, ਘਰ ਜਾਂਦਾ ਘਰ ਵੀ ਗਾਲਾਂ ਪੈਂਦੀਆਂ। ਗ੍ਰੰਥੀ ਸਿੰਘ ਨੇ ਕਿਹਾ ਆ ਲੈ ਫਿਰ ਮੂਲ ਮੰਤਰ ਯਾਦ ਕਰਵਾਇਆ। ਕਹਿਣ ਲੱਗੇ ਇਹਨੂੰ ਪੜ੍ਹੀ ਜਾ, ਅੱਜ ਤੋਂ ਗਾਲਾਂ ਪੈਣੀਆਂ ਬੰਦ ਹੋ ਜਾਣਗੀਆਂ। ਮੂਲ ਮੰਤਰ ਪੜ੍ਹਦਾ ਘਰ ਗਿਆ, ਵੇਖਿਆ ਕੋਈ ਸ਼ਿਕਾਇਤ ਲਾਉਣ ਨਹੀਂ ਆਇਆ, ਉਹਦਾ ਭਰੋਸਾ ਵੱਜ ਗਿਆ ਜੀ। ਮੂਲ ਮੰਤਰ ਪੜ੍ਹਦਾ ਅਗਲੇ ਦਿਨ ਸਕੂਲ ਗਿਆ, ਟੀਚਰ ਨੇ ਜੋ ਸਮਝਾਇਆ ਉਹਨੂੰ ਸਮਝ ਆਇਆ, ਉਹਨੂੰ ਪਹਿਲੀ ਵਾਰੀ ਸ਼ਾਬਾਸ਼ ਮਿਲੀ, ਉਹਦਾ ਭਰੋਸਾ ਵੱਜ ਗਿਆ। ਇਹੋ ਜਿਹਾ ਭਰੋਸਾ ਵੱਜਿਆ, ਉਹਨੇ ਮੂਲ ਮੰਤਰ ਕਰਨਾ ਨਹੀਂ ਛੱਡਿਆ। ਮੁਸਲਮਾਨ ਸੀ, ਆਪਣੇ ਧਰਮ 'ਚ ਵੀ ਰਿਹਾ, ਮੂਲ ਮੰਤਰ ਦਾ ਜਪ ਕੀਤਾ। ਸਾਧ ਸੰਗਤ ਜੀ, ਉਹੀ ਬੰਦਾ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਜੀ। ਕਿੱਡੀ ਵੱਡੀ ਤਾਕਤ ਹੈ ਜੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਾਕੀ ਬਾਣੀਆਂ ਵਿੱਚ ਤੇ ਗੁਰੂ ਦੀ ਬਾਣੀ 'ਚ ਫਰਕ ਹੈਗਾ। ਕਹਿਣ ਲੱਗੇ ਗੁਰੂ ਦੀ ਬਾਣੀ ਵਿੱਚ ਸ਼ਕਤੀ ਹੈ, ਗੁਰੂ ਦੀ ਬਾਣੀ ਵਿੱਚ ਬਖਸ਼ਿਸ਼ ਹੈ। ਜਿਹੜਾ ਗੁਰੂ ਦੀ ਬਾਣੀ ਨੂੰ ਬਾਰ-ਬਾਰ ਜਪਦਾ ਹੈ, ਦੁਨਿਆਵੀ ਚੀਜ਼ਾਂ ਤੇ ਛੱਡੋ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਦੀ ਬਾਣੀ ਤੇ ਬੰਦੇ ਨੂੰ ਮੁਕਤ ਕਰ ਦਿੰਦੀ ਹੈ। ਹਾਂਜੀ, ਸਿਮਰਨ ਕਰਹਿ ਕੁਸੰਗਹਿ ਪਾਏ ਨਾ, ਤੇ ਸਿਮਰਨ ਕਰੇ ਭੈੜੀ ਸੰਗਤ ਤੋਂ ਵੀ ਗੁਰੂ ਦੀ ਬਾਣੀ ਬਚਾਉਂਦੀ ਹੈ। ਬਿਲਕੁਲ, ਮੈਂ ਅੱਗੇ ਬੇਨਤੀ ਕੀਤੀ, ਆਪਣੇ ਭਲੇ ਲਈ ਬੰਦਾ ਬਾਣੀ ਪੜ੍ਹੇ, ਬਾਣੀ ਉਹਨੂੰ ਮਾੜੇ ਕੰਮਾਂ ਤੋਂ ਬਚਾਉਂਦੀ ਹੈ ਜੀ। ਹਾਂਜੀ, ਜਗ ਮਹਿ ਪਾਏ ਕਾਮਨਾ ਸੁਖੀ, ਨਹਿ ਪਰ ਲੋਕ ਮਹਿ ਕੈਸੇ ਦੁਖੀ। ਮਹਾਰਾਜ ਕਹਿਣ ਲੱਗੇ ਬਾਣੀ 'ਚ ਕਿੰਨੀ ਸ਼ਕਤੀ ਹੈ। ਜਗਤ ਦੇ ਵਿੱਚ ਜਿੰਨੇ ਪਦਾਰਥ ਨੇ, ਬਾਣੀ ਪੜ੍ਹਨ ਵਾਲੇ ਨੂੰ ਸਾਰੇ ਹੀ ਮਿਲ ਜਾਂਦੇ ਹੈ, ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ। ਪਰ ਲੋਕ ਵਿੱਚ ਜਾ ਕੇ ਦੁਖੀ ਨਹੀਂ ਹੋਣਾ ਪੈਂਦਾ। ਬਾਣੀ ਪੜ੍ਹਨ ਵਾਲੇ ਦਾ ਦਰਗਾਹ ਵਿੱਚ ਜਾ ਕੇ ਵੀ ਭਲਾ ਹੀ ਹੁੰਦਾ ਹੈ। ਬਾਣੀ ਦੀ ਤਾਕਤ ਦੀ ਇੱਕ ਗੱਲ ਨਹੀਂ ਹੈਗੀ। ਬਾਣੀ ਦੇ ਬੜੇ ਹੀ ਬਚਨ ਨੇ, ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ, ਕਿਸੇ ਇੱਕ ਬਾਣੀ ਨੂੰ ਵੀ ਲੱਗ ਗਏ, ਪਿਆਰਿਓ ਬਾਣੀ ਨੇ ਉਹਨਾਂ ਦਾ ਭਲਾ ਕਰਤਾ ਜੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗੋਦਾਵਰੀ ਤੇ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਹੁੰਦੇ ਸੀਗੇ ਜੀ। 100 ਪਾਠ ਬੜੀ ਵੱਡੀ ਗੱਲ ਹੁੰਦੀ ਜੀ। 100 ਪੱਥਰ ਰੋਜ਼ ਗਿਣ ਕੇ ਰੱਖਣੇ, ਉਹਨਾਂ ਚਿਰ ਮੁੱਖ ਨਹੀਂ ਤਾਂ ਚੁੱਕਣਾ।
ਇੱਕ ਪਾਠ ਹੋ ਗਿਆ, ਇੱਕ ਗੀਟਾ ਸੁੱਟਤਾ, ਦੋ ਪਾਠ ਹੋ ਗਏ, ਦੂਜਾ ਸੁੱਟਤਾ, ਤੀਜਾ ਹੋ ਗਿਆ, ਤੀਜਾ ਸੁੱਟਤਾ ਜੀ। ਇਸ ਤਰ੍ਹਾਂ ਅਭਿਆਸ ਕੀਤੇ ਜੀ। ਜਿੰਨਾ ਚਿਰ ਤੱਕ 100 ਪਾਠ ਨਹੀਂ ਨਾ ਹੋ ਜਾਂਦਾ, ਮਹਾਂਪੁਰਖ ਸਿਰ ਹੀ ਨਹੀਂ ਤਾਂ ਚੁੱਕਦੇ ਹੁੰਦੇ ਜੀ। ਬਾਣੀ ਦਾ ਅਭਿਆਸ ਸੁਣ ਲਓ। ਬਾਬਾ ਜਵਾਲਾ ਸਿੰਘ ਜੀ ਦਾ ਨਾਮ ਗੁਰਸਿੱਖਾਂ ਵਿੱਚ ਪ੍ਰਸਿੱਧ ਹੈ। ਹਰਖੋਵਾਲ ਵਾਲੇ 5 ਵਾਰ 5 ਬਾਣੀਆਂ ਦਾ ਨਿਤਨੇਮ ਰੋਜ਼ ਕਰਦੇ ਹੁੰਦੇ ਸੀਗੇ ਜੀ। 25 ਪਾਠ ਜਪਜੀ ਸਾਹਿਬ ਦੇ ਤੇ 15 ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਕਰਦੇ ਹੁੰਦੇ ਸੀਗੇ ਜੀ। ਬਾਣੀ ਦਾ ਅਭਿਆਸ ਜੀ। ਤੇ ਜੈ ਜੈਕਾਰਾਂ ਫਿਰ ਉਹਨਾਂ ਦੀਆਂ ਪੂਰੀ ਦੁਨੀਆ 'ਚ ਹੋਈਆਂ ਜੀ। ਪੂਰੀ ਦੁਨੀਆ 'ਚ ਜੈ ਜੈਕਾਰ ਹੋਈ ਉਹਨਾਂ ਦੀ ਜੀ। ਬਾਣੀ ਤੇ ਬਹੁਤ ਮਹਾਨ ਬੰਦੇ ਨੂੰ ਬਣਾ ਦਿੰਦੀ ਹੈ ਜੇ ਬੰਦਾ ਅਭਿਆਸ ਕਰ ਲੇ ਜੀ ਇਹਦਾ ਜੀ। ਤੁਸੀਂ ਕਥਾ ਸੁਣੀ ਸੀਗੀ, 21 ਪਾਠ ਜਪਜੀ ਸਾਹਿਬ ਦੇ ਰੋਜ਼ ਭਾਈ ਗੋਦੜੀਆ ਜੀ ਕਰਦੇ ਹੁੰਦੇ ਸੀਗੇ ਜੀ। 21 ਪਾਠ। ਤੇ ਜੀਭ ਵਿੱਚ ਇੰਨੀ ਸਤਿਆ ਆ ਗਈ, ਜੋ ਕਹਿੰਦੇ ਸਨ ਉਹੀ ਹੁੰਦਾ ਸੀਗਾ ਜੀ। ਜੋ ਕਹਿੰਦੇ ਸਨ ਉਹੀ ਹੁੰਦਾ ਸੀਗਾ ਜੀ। ਮਹਾਰਾਜ ਕਿਲੇ ਮੁਬਾਰਕ ਸਨ, ਝੋਟਾ ਸੁੱਟਣਾ ਸੀਗਾ। ਮਹਾਰਾਜ ਕਹਿਣ ਲੱਗੇ ਝੋਟਾ ਸੁੱਟਣਾ ਇੱਕੋ ਹੱਥ ਨਾਲ ਚੁੱਕ ਕੇ ਸੁੱਟਣਾ। ਤੇ 21 ਪਾਠ ਕਰਦੇ ਭਾਈ ਗੋਦੜੀਆ ਜੀ ਇੱਕੋ ਹੱਥ ਨਾਲ ਚੁੱਕ ਕੇ ਸੁੱਟ ਦਿੱਤਾ ਸੀ। ਬਾਣੀ ਪੜ੍ਹਨ ਵਾਲੇ ਵਿੱਚ ਇੰਨੀ ਤਾਕਤ ਆ ਜਾਂਦੀ ਹੈ। ਇੱਕ ਸਿੱਖ ਦਾ ਨਾਮ ਮੈਂ ਹੋਰ ਲਵਾਂ, ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਜੀ। 20ਵੀਂ ਸਦੀ ਦੇ ਮਹਾਨ ਯੋਧੇ, ਸੂਰਮੇ, ਬਾਬਾਏ ਕੌਮ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਕਿੰਨਾ ਬਾਣੀ ਦਾ ਉਹ ਅਭਿਆਸ ਕਰਦੇ ਸਨ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖ ਲਓ, ਪਤਾ ਲੱਗ ਜਾਏਗਾ ਜੀ। 5 ਪਾਠ ਜਪਜੀ ਸਾਹਿਬ ਦੇ ਪਹਿਲਾਂ ਕਰਦੇ ਸਨ। ਪਿਤਾ ਜੀ ਨੇ ਕਹਿਣਾ ਜਰਨੈਲ ਸਿਆਂ ਵਿਹਲਾ ਰਹਿਣਾ ਹੈ, 11 ਕਰ ਲਿਆ ਕਰ। 11 ਪਾਠ ਕਰਨੇ ਸ਼ੁਰੂ ਕਰਤੇ। ਫਿਰ ਵੇਖਣਾ ਵਿਹਲਾ ਟਾਈਮ ਮਿਲ ਗਿਆ, ਜਰਨੈਲ ਸਿਆਂ ਵਿਹਲਾ ਕੀ ਕਰਦਾ, ਹੋਰ ਬਾਣੀ ਪੜ੍ਹ ਲਿਆ ਕਰ। ਲਓ ਜੀ, ਬਾਣੀ ਦਾ ਪਾਠ ਵਧਾਉਂਦੇ 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 20-20 ਘੰਟੇ ਹਰ ਰੋਜ਼ ਬਾਣੀ ਪੜ੍ਹਨ ਲੱਗ ਪਏ ਜੀ। 20-20 ਘੰਟੇ ਬਾਣੀ ਪੜ੍ਹਨੀ। ਤੇ ਸੰਗਤ ਜੀ 4 ਘੰਟੇ ਜਿਹੜੇ ਬਚਦੇ ਉਹਦੇ ਵਿੱਚ ਹੀ ਸੌਣਾ, ਉਹਦੇ ਵਿੱਚ ਹੀ ਗੱਲਬਾਤ ਕਰਨੀ, ਉਹਦੇ ਵਿੱਚ ਹੀ ਖਾਣਾ, ਉਹਦੇ ਵਿੱਚ ਹੀ ਪੀਣਾ ਜੀ। ਤੇ ਐਵੇਂ ਤੇ ਨਹੀਂ ਜੈ ਜੈਕਾਰਾਂ ਹੁੰਦੀਆਂ, ਗੱਜ ਕੇ ਆਖੋ ਵਾਹਿਗੁਰੂ। ਇੱਥੇ ਪਾਠ ਇੱਕ ਨਹੀਂ ਜਪਜੀ ਸਾਹਿਬ ਦਾ ਕਰਦਾ ਤੇ ਬੰਦਾ ਕਹਿੰਦਾ ਕੁੱਲ ਦੁਨੀਆ ਮੈਨੂੰ ਮੱਥਾ ਟੇਕੇ ਆ ਕੇ। ਫਿਰ ਕਿੱਥੋਂ ਜੈ ਜੈਕਾਰ ਹੋਣੀ। ਉਹਨਾਂ ਦੇ ਸੰਗਤ ਜੀ ਡੰਕੇ ਵੱਜ ਰਹੇ ਉਹਨਾਂ ਦੇ ਨਾਮ ਦੇ, ਜਿਨ੍ਹਾਂ ਨੇ ਬਾਣੀ ਦੇ ਅਭਿਆਸ ਕੀਤੇ ਹੈ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਵਿਚਾਰਿਆ, ਬਾਣੀ ਨੂੰ ਕਮਾਇਆ, ਉਹਨਾਂ ਦੇ ਨਾਮ ਦੇ ਡੰਕੇ ਵੱਜ ਰਹੇ ਜੀ। ਬੜੀ ਕਮਾਈ ਕੀਤੀ ਜੀ ਗੁਰਸਿੱਖਾਂ ਨੇ ਬਾਣੀ ਦੀ, ਬਹੁਤ ਕਮਾਈ ਕੀਤੀ ਜੀ। ਮੈਂ ਕਿੰਨੀ ਗੁਰਸਿੱਖਾਂ ਨੇ ਕਮਾਈ ਕੀਤੀ, ਜੇ ਤੁਹਾਨੂੰ ਇੱਥੇ ਸਪੀਕਰ 'ਚ ਬੋਲ ਕੇ ਦੱਸਣ ਲੱਗ ਪਵਾਂ ਤੁਸੀਂ ਕਹਿਣਾ ਇਹ ਐਵੇਂ ਹੀ ਸ਼ਾਇਦ ਗੱਲਾਂ ਕਰਦਾ। ਭਾਈ ਬਚਿੱਤਰ ਸਿੰਘ, ਜਿਨ੍ਹਾਂ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਜੀ, ਨਾਗਣੀ ਬਰਛਾ ਮਾਰਿਆ। ਨਾਗਣੀ ਬਰਛਾ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਸੁਭਾਏਮਾਨ ਹੈ। ਸਿੱਖ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਇਹ ਬਚਿੱਤਰ ਸਿੰਘ 'ਚ ਇੰਨੀ ਤਾਕਤ ਕਿੱਥੋਂ ਆ ਗਈ ਹੈ। ਤੇ ਮਹਾਰਾਜ ਕਹਿੰਦੇ ਸਿੰਘੋ, ਬਚਿੱਤਰ ਸਿੰਘ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ। ਕਹਿਣ ਲੱਗੇ ਤਾਂ ਸਾਡੇ ਵਾਲੇ 21 ਨਹੀਂ ਨਾ ਕਰਦਾ ਜੀ, ਕਰਦੇ ਜੀ ਉਹ ਭਾਈ ਗੋਪਾਲੇ ਵਾਲੇ 21 ਕਰਦੇ ਜੀ। ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਜੀ। ਤੇ ਬੜੀਆਂ ਬਖਸ਼ਿਸ਼ਾਂ, ਬੜੀਆਂ ਰਹਿਮਤਾਂ, ਬੜੀ ਕਿਰਪਾ ਵਰਤਦੀ ਜੀ। ਬਹੁਤ ਬਹੁਤ ਕਮਾਈ ਕੀਤੀ ਗੁਰਸਿੱਖਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਪਰਲੋਕ ਵਿੱਚ ਵੀ ਉਸ ਬੰਦੇ ਨੂੰ ਕੋਈ ਦੁੱਖ ਨਹੀਂ ਹੁੰਦਾ ਜਿਹੜਾ ਬਾਣੀ ਦਾ ਅਭਿਆਸੀ ਹੈਗਾ ਜੀ, ਜਿਹੜਾ ਬਾਣੀ ਦਾ ਅਭਿਆਸੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਲੰਘ ਰਹੇ, ਪੰਜਾਬ ਤੋਂ ਬਾਹਰ ਕਿਤੇ ਕਥਾ ਕਰਨ ਗਏ ਤਾਂ ਉੱਥੇ ਇੱਕ ਤਾਂਤਰਿਕ ਸੀਗਾ,
ਉਹਨੇ ਵੇਖਿਆ ਇਹਨਾਂ ਨਾਲ ਬੰਦੇ ਬੜੇ ਜਾਂਦੇ ਆ, ਤੇ ਤਾਂਤਰਿਕ ਨੇ ਨਾ ਸੋਚਿਆ ਵੀ ਕੱਲ ਆਉਣਗੇ, ਮੈਂ ਤੰਤਰ ਮੰਤਰ ਮਾਰ ਕੇ ਸੁੱਟ ਹੀ ਦੇਣਾ ਇਹਨੂੰ। ਜਦੋਂ ਉਹਨੇ ਤੰਤਰ ਮੰਤਰ ਮਾਰਿਆ ਨਾ, ਆਪਣਾ ਜਾਦੂ ਚਲਾਇਆ, ਤੇ ਮਹਾਂਪੁਰਖ ਲੰਘਦੇ ਲੰਘਦੇ ਉਹਦੇ ਵੱਲ ਵੇਖਿਆ, ਤੇ ਉੱਥੇ ਹੀ ਉਹ ਡਿੱਗ ਗਿਆ, ਅੱਗੇ ਲੰਘ ਕੇ ਮਹਾਂਪੁਰਖ। ਉਹਦਾ ਤੰਤਰ ਮੰਤਰ ਸਾਰਾ ਹੀ ਫੇਲ ਹੋ ਗਿਆ ਜੀ। ਸਿੰਘ ਪੁੱਛਦੇ ਜੀ ਇਹਨੇ ਕੀ ਕੀਤਾ ਸੀ? ਸੰਤ ਕਹਿਣ ਲੱਗੇ ਇਹਨੇ ਪੂਰੀ ਜ਼ੋਰ ਲਾ ਕੇ ਸਾਡੇ ਵੱਲ ਆਪਣਾ ਤੰਤਰ ਮੰਤਰ ਸ਼ਕਤੀ ਭੇਜੀ ਸੀਗੀ, ਸਾਨੂੰ ਖੜੇ ਖਲੋਤੇ ਨੂੰ ਡੇਗਣ ਵਾਸਤੇ। ਸਿੰਘ ਕਹਿੰਦੇ ਮਹਾਂਪੁਰਖ ਤੁਸੀਂ ਕੀ ਕੀਤਾ? ਕਹਿੰਦੇ ਅਸੀਂ ਤੇ ਬਸ ਮੂਲ ਮੰਤਰ ਹੀ ਕੀਤਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਆਪਾਂ ਤਾਂ ਕਹਿੰਦੇ ਮੂਲ ਮੰਤਰ ਹੀ ਕੀਤਾ। ਇਸ ਕਰਕੇ ਸੰਗਤ ਦੀ ਬਾਣੀ ਦੀ ਬੜੀ ਸ਼ਕਤੀ ਹੈ। ਹਾਂਜੀ। ਤਿੰਨ ਸਿੱਖਨ ਸੁਣ ਕੇ ਸੁਖ ਪਾਇਓ। ਉਹਨਾਂ ਸਿੱਖਾਂ ਨੇ ਜਦੋਂ ਇਹ ਬਚਨ ਸੁਣੇ, ਬੜਾ ਉਹਨਾਂ ਨੂੰ ਸੁਖ ਮਿਲਿਆ, ਬੜਾ ਬਾਣੀ 'ਚ ਭਰੋਸਾ ਬੱਝਾ। ਹਾਂਜੀ। ਗੁਰਬਾਣੀ ਸੰਗ ਪ੍ਰੇਮ ਵਧਾਇਓ। ਤੇ ਗੁਰਬਾਣੀ ਦੇ ਨਾਲ ਫਿਰ ਉਹਨਾਂ ਦਾ ਪ੍ਰੇਮ ਵੱਧ ਗਿਆ। ਉਹਨਾਂ ਦਾ ਵੀ ਜੀ ਕੀਤਾ ਵੀ ਅਸੀਂ ਵੀ ਬਾਣੀ ਦਾ ਅਭਿਆਸ ਕਰਿਆ ਕਰੀਏ, ਬਾਣੀ ਉੱਤੇ ਮਿਹਨਤ ਕਰੀਏ, ਬਾਣੀ ਦਾ ਅਭਿਆਸ ਕਰੀਏ। ਬਾਣੀ ਦੇ ਅਭਿਆਸ ਵਿੱਚ ਬੜੀਆਂ ਤਾਕਤਾਂ ਹਨ, ਪਰ ਚੇਤਾ ਰੱਖਿਓ ਬਾਣੀ ਕਦੀ ਵੀ ਗਲਤ ਬੰਦੇ ਦਾ ਸਾਥ ਨਹੀਂ ਦੇਵੇਗੀ। ਇੱਕ ਬੰਦਾ ਮੈਨੂੰ ਕਹਿਣ ਲੱਗਾ ਜੀ ਮੈਂ ਫਲਾਣੇ ਸ਼ਬਦ ਦਾ ਜਾਪ ਕਰਦਾ ਹਾਂ, ਉਹ ਬੰਦਾ ਹੈ, ਉਹਨੂੰ ਮੈਂ ਪੁੱਠਿਆਂ ਕਰ ਦੇਣਾ, ਰੋਲਣਾ। ਕਹਿਣ ਲੱਗਾ ਗੱਜ ਕੇ ਆਖੋ, ਉਹਨੂੰ ਮੈਂ ਰੋਲਣਾ ਕਹਿਣ ਲੱਗਾ। ਤੇ ਆਹ ਸ਼ਬਦ ਦਾ ਮੈਂ ਅਭਿਆਸ ਕਰਦਾ, ਤੇ ਜੋ ਮੈਨੂੰ ਸਮਝ ਆਈ ਮੈਂ ਉਹਨੂੰ ਬੇਨਤੀ ਕੀਤੀ, ਕਾਕਾ ਤੂੰ ਕਈ ਜਨਮ ਲੈ ਕੇ ਵੀ ਇਸ ਸ਼ਬਦ ਦਾ ਅਭਿਆਸ ਕਰ ਲਾ, ਤੂੰ ਕਹੇ ਬਾਣੀ ਦੇ ਅਭਿਆਸ ਕਰਕੇ ਮੈਂ ਐਵੇਂ ਹੀ ਬਿਨਾਂ ਕਿਸੇ ਕਾਰਨ ਕਿਸੇ ਬੰਦੇ ਨੂੰ ਰੋਲਣਾ ਹੈ, ਇਹ ਤੇਰੀ ਇੱਛਾ ਪੂਰੀ ਨਹੀਂ ਹੋ ਸਕਦੀ। ਬਾਣੀ ਭਲਾ ਤੇ ਕਰੇਗੀ, ਬਾਣੀ ਰੋਲੇਗੀ ਨਹੀਂ ਕਿਸੇ ਨੂੰ ਜੀ, ਭਲਾ ਤੇ ਕਰੇਗੀ। ਗੁਰਮੁਖ ਪਿਆਰੇ ਦੱਸ ਰਹੇ, ਕਹਿੰਦੇ ਇੱਕ ਬੰਦਾ ਕਹਿੰਦਾ ਜੀ ਮੈਂ ਕਈ ਸਾਲਾਂ ਤੋਂ 2 ਪਾਠ ਸੁਖਮਨੀ ਸਾਹਿਬ ਦੇ ਕਰਨੇ ਆ, ਮੇਰੀ ਇੱਛਾ ਤੇ ਪੂਰੀ ਨਹੀਂ ਹੋ ਰਹੀ। ਹੁਣ 2 ਪਾਠ ਸੁਖਮਨੀ ਸਾਹਿਬ ਦੇ ਬੜੀ ਵੱਡੀ ਗੱਲ ਹੈ ਜੀ। ਕਹਿੰਦਾ ਮੇਰੀ ਇੱਛਾ ਨਹੀਂ ਪੂਰੀ ਹੁੰਦੀ। ਕਹਿੰਦੇ ਤੇਰੀ ਇੱਛਾ ਕੀ ਹੈ? ਕਹਿੰਦਾ ਗਵਾਂਢੀ ਜਿਹੜਾ ਨਾ ਉਹ ਮੇਰੇ ਨਾਲ ਲੜਦਾ, ਉਹਨੂੰ ਮੈਂ ਮਾਰਨਾ, ਮਰਨ ਨਹੀਂ ਰਿਹਾ। ਕਹਿਣ ਲੱਗਾ ਗੱਜ ਕੇ ਆਖੋ। ਕਹਿੰਦੇ 2 ਪਾਠ ਸੁਖਮਨੀ ਸਾਹਿਬ ਦੇ ਕਰਕੇ, ਇੰਨਾ ਅਭਿਆਸ ਕਰਕੇ ਤੂੰ ਗਵਾਂਢੀ ਨੂੰ ਮਾਰਨ ਵਾਸਤੇ ਪਾਠ ਕਰਨੇ ਆ। ਬਾਣੀ ਤੇ ਜਾਨ ਬਚਾਉਂਦੀ ਹੈ। ਕਹਿੰਦੇ ਮੈਂ ਅਰਦਾਸ ਕਰਾਂਗਾ ਰੱਬ ਤੈਨੂੰ ਸਮੱਤ ਦੇਵੇ। ਕਈ ਬਾਣੀ ਦਾ ਇਸ ਕੰਮ ਲਈ ਸਹਾਇਤਾ ਲੈਂਦੇ ਬਾਣੀ ਕੋਲੋਂ ਨਹੀਂ। ਹਾਂ, ਬਾਣੀ ਕੋਲੋਂ ਕਹੋ, ਬਾਣੀ ਤੁਹਾਡੀਆਂ ਭੁੱਖਾਂ ਦੂਰ ਕਰ ਦੇਗੀ, ਬਾਣੀ ਤੁਹਾਡੇ ਅੜੇ ਕੰਮ ਸਿੱਧੇ ਕਰ ਦੇਗੀ, ਬਾਣੀ ਤੁਹਾਨੂੰ ਪਾਤਸ਼ਾਹ ਬਣਾ ਦੇਗੀ, ਬਾਣੀ ਤੁਹਾਡਾ ਜਨਮ ਮਰਨ ਸਵਾਰ ਦੇਗੀ, ਬਾਣੀ ਤੁਹਾਡਾ ਲੋਕ ਪ੍ਰਲੋਕ ਸਵਾਰ ਦੇਗੀ, ਬਾਣੀ ਤੁਹਾਨੂੰ ਮੁਕਤ ਕਰ ਦੇਗੀ। ਬਾਣੀ ਪੜ੍ਹ ਕੇ ਕਿਸੇ ਦਾ ਨੁਕਸਾਨ ਮੰਗੋ, ਉਹ ਕੰਮ ਬਾਣੀ ਨੇ ਨਹੀਂ ਕਰਨਾ। ਭਲਾ ਜ਼ਰੂਰ ਕਰੇਗੀ ਬਾਣੀ। ਹਾਂ, ਤੁਹਾਡੀ ਕਿਸੇ ਨਾਲ ਨਹੀਂ, ਤੁਸੀਂ ਬਾਣੀ ਪੜ੍ਹ ਕੇ ਉਹਦੇ ਭਲੇ ਦੀ ਅਰਦਾਸ ਕਰ ਦਿਓ ਵੀ ਮਹਾਰਾਜ ਨੂੰ ਸਮੱਤ ਦੇ ਦਿਓ। ਸੋ ਮਹਾਰਾਜ ਕਿਰਪਾ ਕਰਨ। ਸਿੱਖਾਂ ਨੇ ਜਦੋਂ ਇਹ ਗੱਲਾਂ ਸੁਣੀਆਂ, ਉਹਨਾਂ ਦਾ ਬਾਣੀ ਉੱਤੇ ਭਰੋਸਾ ਬੱਝਾ, ਉਹ ਬਾਣੀ ਦਾ ਅਭਿਆਸ ਕਰਨ ਲੱਗੇ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਅਸੀਂ ਵੀ ਬਾਣੀ ਦਾ ਅਭਿਆਸ ਕਰ ਸਕੀਏ। ਕੋਈ ਚੌਪਈ ਸਾਹਿਬ ਪੜ੍ਹੋ, ਕੋਈ ਜਪਜੀ ਸਾਹਿਬ ਪੜ੍ਹੋ, ਕੋਈ ਸੁਖਮਨੀ ਸਾਹਿਬ ਪੜ੍ਹੋ, ਜਿੰਨਾ ਹੋ ਸਕਦਾ ਉਹਨਾਂ ਮਹਾਰਾਜ ਜੀ ਦੀ ਬਾਣੀ ਦਾ ਅਭਿਆਸ ਕਰੋ। ਸੰਗਤ ਨੂੰ ਬੇਨਤੀ ਹੈ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖ ਕੇ 1 ਤਰੀਕ ਤੋਂ 14 ਤਰੀਕ ਤੱਕ ਗੁਰਦੁਆਰਾ ਸਾਹਿਬ ਵਿਖੇ ਰੋਜ਼ ਦੁਪਹਿਰੇ 2 ਤੋਂ 5 ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ। ਆਇਆ ਕਰਿਓ, ਲਾਭ ਲਿਆ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।